हेलो हेलो। हाँ जी भूपिंदर सर, सत श्री अकाल। सत श्री अकाल। ठीक है जी। ਹੋਰ ਸੁਣਾਓ, ਕਿੱਦਾਂ? ਠੀਕ ਠਾਕ ਹੈ? बहुत बढ़िया जी, ਤੁਸੀਂ ਸੁਣਾਓ? ਹੋਰ ਅੱਜ ठीक है ਸ਼ੇਅਰ जी, ਕਰਕੇ ਦੇਖੋ, ਸਕਰੀਨ ਸ਼ੇਅਰ बहुत ਹੁੰਦੀ ਹੈ? बढ़िया। मैं कर देने एक मिनट। देखो सर, हो गई जी। हाँ जी, हाँ जी। नॉन डिस्ट्रक्टिव टेस्ट मेथड। हाँ जी, हाँ जी, नॉन डिस्ट्रक्टिव टेस्टिंग मेथड। सर करिए स्टार्ट जी।
सर स्टार्ट करा जी मैं। वेट कर लो सर, 2 मिनट वेट कर लो। ओके ओके ठीक है जी। 5 अरे ते स्टार्ट। टाइम हो रहे, थोड़ा कैंडिडेट बच जाएंगे। ठीक है ठीक है। कर लो स्टार्ट ਤੁਸੀਂ ਸਰ, ਆਪੇ ਜੁਆਇਨ ਹੁੰਦੇ ਰਹਿਣਗੇ। ठीक है जी। हाँ जी साਰਿਆਂ ਨੂੰ ਸਤਿ ਸ਼੍ਰੀ ਅਕਾਲ। मेरा ਆਪਣੀ नाम ਵੀਡੀਓ ਔਨ ਕਰ ਲਿਓ ਪਲੀਜ਼। ठीक है ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਭੁਪਿੰਦਰਪਾਲ ਸਿੰਘ। ਮੈਂ ਤੁਹਾਡਾ ਸਾਰਿਆਂ ਦਾ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਦੇ ਪੰਜਾਬੀ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ। ਅੱਜ ਦਾ ਸਾਡਾ ਟੌਪਿਕ ਹੈ ਨਾਨ ਡਿਸਟਰਕਟਿਵ ਟੈਸਟਿੰਗ ਮੈਥਡ ਤੇ ਆਪਾਂ ਇਸ ਪ੍ਰੈਜੈਂਟੇਸ਼ਨ ਵਿੱਚ ਟੈਸਟਿੰਗ ਮੈਥਡ ਸਾਰੇ ਹੀ ਪੜਾਂਗੇ। ਨਾਨ ਡਿਸਟਰਕਟਿਵ ਤੇ ਜ਼ਿਆਦਾ ਜ਼ੋਰ ਦਿੱਤਾ ਜਾਏਗਾ ਤੇ ਤੁਹਾਨੂੰ ਮਟੀਰੀਅਲ ਟੈਸਟਿੰਗ ਕਰਨ ਬਾਰੇ ਸਾਰਾ ਹੀ ਮਤਲਬ ਗਿਆਨ ਮਿਲ ਜਾਏਗਾ ਇਹਦੇ ਵਿੱਚ। ਜਿਵੇਂ ਕਿ ਸਟਾਰਟਿੰਗ ਤੋਂ ਟਾਈਪ ਆਫ ਟੈਸਟਿੰਗ ਦੀ ਲੋੜ ਸਾਨੂੰ ਕਿਉਂ ਪੈਂਦੀ ਹੈ? ਕਿਉਂਕਿ ਕੋਈ ਵੀ ਕਿਸੇ ਕੰਪਨੀ ਦਾ ਕੋਈ ਪਾਰਟ ਹੁੰਦਾ ਹੈ, ਉਹਦੀ ਇੱਕ ਸਪੈਸੀਫਿਕੇਸ਼ਨ ਹੁੰਦੀ ਹੈ, ਡਰਾਇੰਗ ਹੁੰਦੀ ਆ, ਉਹਦਾ ਮਟੀਰੀਅਲ ਹੁੰਦਾ ਹੈ ਤੇ ਉਹਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਪਾਰਟ ਦੀਆਂ, ਜਿਵੇਂ ਕਿ ਹਾਰਡਨੈਸ, ਟੈਂਸਾਈਲ ਟੈਸਟ ਜਾਂ ਉਹਦੇ ਕੰਪੋਜੀਸ਼ਨ ਮਟੀਰੀਅਲ ਦੀ ਕਿੱਦਾਂ ਦੀ ਚਾਹੀਦੀ ਹੈ, ਕਿਵੇਂ ਦਾ ਅਲੋਏ ਚਾਹੀਦਾ ਹੈ। ਉਹ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਨ ਵਾਸਤੇ ਟੈਸਟਿੰਗ ਮੈਥਡ ਹੁੰਦੇ ਨੇ ਸਾਰੇ। ਠੀਕ ਹੈ। ਟੈਸਟਿੰਗ ਮੈਥਡ ਦੇ ਵਿੱਚ ਦੋ ਤਰ੍ਹਾਂ ਦੇ ਟੈਸਟ ਹੁੰਦੇ ਨੇ। ਇੱਕ ਹੁੰਦਾ ਡਿਸਟਰਕਟਿਵ ਟੈਸਟਿੰਗ। ਇਹ ਡਿਸਟਰਕਟਿਵ ਟੈਸਟਿੰਗ ਵਿੱਚ ਕੀ ਹੁੰਦਾ ਹੈ ਵੀ ਜਦੋਂ ਇੱਕ ਪਾਰਟ ਹੈ, ਪਾਰਟ ਨੂੰ ਉਹਨੂੰ ਤੋੜ ਲਿਆ ਜਾਂਦਾ ਹੈ, ਤੋੜ ਕੇ ਕੱਟ ਕੇ ਅੰਦਰੋਂ ਉਹਨੂੰ ਚੈੱਕ ਕੀਤਾ ਜਾਂਦਾ ਵੀ ਉਹ ਠੀਕ ਹੈ ਕਿ ਨਹੀਂ, ਜਾਂ ਉਹਦੀਆਂ ਪ੍ਰੋਪਰਟੀ ਚੈੱਕ ਕਰਨ ਲਈ ਉਹਨੂੰ ਕੱਟ ਵੱਢ ਕੀਤੀ ਜਾਂਦੀ ਹੈ ਉਹਦੀ। ਤੇ ਇਸੇ ਤਰ੍ਹਾਂ ਹੀ ਦੂਸਰੀ ਇੱਕ ਨਿਊ ਟੈਕਨੋਲੋਜੀ ਹੈ, ਉਹ ਨੋਨ ਡਿਸਟਰਕਟਿਵ ਟੈਸਟਿੰਗ ਹੈ। ਉਹਦੇ ਵਿੱਚ ਪਾਰਟ ਨੂੰ ਬਿਨਾਂ ਤੋੜੇ ਉਸ ਦੀ ਕੰਪੋਜੀਸ਼ਨ, ਉਹਦੀ ਜੋ ਬਾਕੀ ਮਕੈਨੀਕਲ ਪ੍ਰੋਪਰਟੀ ਹੁੰਦੀਆਂ ਨੇ ਉਹ ਸਪੈਸੀਫਾਈਡ ਕੀਤੀਆਂ ਜਾਂਦੀਆਂ ਨੇ ਉਹ ਨੋਨ ਡਿਸਟਰਕਟਿਵ ਟੈਸਟਿੰਗ ਮੈਥਡ ਵਿੱਚ ਬਿਨਾਂ ਤੋੜੇ। ਇਹ ਛੋਟਾ ਜਿਹਾ ਡਿਫਰੈਂਸ ਹੈ, ਵੈਸੇ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ। ਡਿਸਟਰਕਟਿਵ ਟੈਸਟਿੰਗ ਮੀਨਸ ਵੀ ਪਾਰਟ ਨੂੰ ਤੋੜ ਕੇ ਉਹਨੂੰ ਡਿਫਾਰਮ ਕਰਕੇ ਚੈੱਕ ਕਰਨਾ, ਤੇ ਨੋਨ ਡਿਸਟਰਕਟਿਵ ਟੈਸਟਿੰਗ ਵੀ ਪਾਰਟ ਨੂੰ ਬਿਨਾਂ ਤੋੜੇ ਉਹਨੂੰ ਚੈੱਕ ਕਰਨਾ। ਜਿਵੇਂ ਕਿ ਮਟੀਰੀਅਲ ਟੈਸਟਿੰਗ ਦੇ ਵਿੱਚ ਡਿਸਟਰਕਟਿਵ ਮੈਥਡ ਵਿੱਚ ਆਪਾਂ ਆਉਂਦੇ ਹਾਰਡਨੈਸ ਟੈਸਟ। ਹਾਰਡਨੈਸ ਹੁੰਦੀ ਹੈ ਕਿਸੇ ਮਟੀਰੀਅਲ ਨੂੰ ਸਕ੍ਰੈਚ ਹੋਣ ਤੋਂ ਬਚਾ, ਜਿੱਦਾਂ ਰੈਜ਼ਿਸਟੈਂਸ ਹੁੰਦੀ ਹੈ ਵੀ ਮਟੀਰੀਅਲ ਸਕ੍ਰੈਚ ਕਿੰਨਾ ਹੋ ਸਕਦਾ ਹੈ ਕਿੰਨਾ ਨਹੀਂ, ਉਹ ਹਾਰਡਨੈਸ ਹੁੰਦੀ, ਕਿੰਨਾ ਹਾਰਡ ਹੈ ਮਟੀਰੀਅਲ। ਠੀਕ ਹੈ।
ਉਸ ਤੋਂ ਬਾਅਦ ਟੈਂਜ਼ਾਈਲ ਟੈਸਟ, ਇਹ ਹਾਰਡਨੈਸ ਟੈਸਟ ਦੀਆਂ ਤਿੰਨ ਅਲੱਗ-ਅਲੱਗ ਨੇ। ਬ੍ਰਿਨਲ ਹਾਰਡਨੈਸ ਟੈਸਟ, ਇਹ ਮਸ਼ੀਨਾਂ ਦੇ ਨਾਮ ਨੇ, ਜਿੱਦਾਂ ਬਹੁਤ ਵੱਡਾ ਪਾਰਟ ਹੈ ਉਹਨੂੰ ਚੈੱਕ ਕਰਨ ਦੇ ਲਈ ਬ੍ਰਿਨਲ ਹਾਰਡਨੈਸ ਟੈਸਟਿੰਗ ਮਸ਼ੀਨ ਹੁੰਦੀ ਹੈ। ਛੋਟੇ ਨਟ ਬੋਲਟ ਜਾਂ ਵਾਸ਼ਰ ਵਗੈਰਾ ਚੈੱਕ ਕਰਨ ਵਾਸਤੇ ਉਹਦੇ ਵਾਸਤੇ ਰੌਕਵੈਲ ਹਾਰਡਨੈਸ ਟੈਸਟਰ ਮਸ਼ੀਨ ਹੁੰਦੀ ਹੈ। ਤੀਸਰੀ ਵਿਕਰ ਹਾਰਡਨੈਸ, ਬਿਲਕੁਲ ਸਮਾਲ ਪਾਰਟ ਜਿਵੇਂ ਕਿ ਗੋਲਡ ਦੇ ਪਾਰਟ ਹੋ ਗਏ, ਰਿੰਗ ਹੋ ਗਈ ਜਾਂ ਇਹ ਰਿੰਗ ਹੋ ਗਏ, ਉਹਨਾਂ ਨੂੰ ਚੈੱਕ ਕਰਨ ਵਾਸਤੇ ਵਿਕਰ ਹਾਰਡਨੈਸ ਟੈਸਟਰ ਹੁੰਦਾ ਹੈ। ਤੇ ਟੈਂਜ਼ਾਈਲ ਟੈਸਟ ਮਟੀਰੀਅਲ ਨੂੰ ਚੈੱਕ ਕਰਨਾ ਹੁੰਦਾ ਵੀ ਕਿੱਥੋਂ ਤੱਕ ਉਹਦੇ ਵਿੱਚ ਖਿੱਚਿਆ ਜਾ ਸਕਦਾ ਹੈ, ਇੰਪੈਕਟ ਵੀ ਮਟੀਰੀਅਲ ਕਿੰਨੀ એનર્ਜੀ ਸਟੋਰ ਕਰ ਸਕਦਾ ਹੈ। ਤੇ ਟੋਰਜਨ ਦੇ ਵਿੱਚ ਮਟੀਰੀਅਲ ਨੂੰ ਟਵਿਸਟ ਕੀਤਾ ਜਾਂਦਾ ਹੈ ਤੇ ਉਹ ਚੈੱਕ ਕੀਤਾ ਜਾਂਦਾ ਵੀ ਕਿੰਨਾ ਟਵਿਸਟ ਹੋ ਸਕਦਾ ਹੈ। ਇਹ ਆਪਾਂ ਬਰੀਫਲੀ ਪੜਾਂਗੇ। ਜਿਹੜਾ ਬ੍ਰਿਨਲ ਹਾਰਡਨੈਸ ਟੈਸਟ, ਇਹਦੇ ਵਿੱਚ 3000 ਕਿਲੋਗ੍ਰਾਮ ਦਾ weight ਮਟੀਰੀਅਲ ਉੱਪਰ ਪਾਇਆ ਜਾਂਦਾ ਹੈ। ਪਾਉਣ ਤੋਂ ਬਾਅਦ 10 mm ਦੀ ਆਪਣੀ ਬਾਲ ਹੈ, ਜੋ ਡਾਇਮੰਡ ਬਾਲ ਵਿੱਚ ਫਿਗਰ ਦੇ ਵਿੱਚ ਦਿਖ ਵੀ ਰਹੀ ਹੈ। ਇਹ ਬਾਲ ਸਟੈਂਡਰਡ ਹੈ, ਕਿਸੇ ਵੀ ਬ੍ਰਿਨਲ ਹਾਰਡਨੈਸ ਟੈਸਟਰ ਹੁੰਦਾ ਹੈ ਉਹਦੇ 10 mm ਦੀ ਬਾਲ ਹੁੰਦੀ ਹੈ। ਜਦੋਂ ਬਾਲ ਦੇ ਨਾਲ weight ਅਪਲਾਈ ਹੁੰਦਾ ਹੈ, ਫੋਰਸ ਲੱਗਦੀ ਹੈ ਕਿਸੇ ਪਾਰਟ ਉੱਪਰ, ਤੇ ਪਾਰਟ ਦੇ ਉੱਪਰ ਵੀ ਇੱਕ ਡਾਟ ਬਣ ਜਾਂਦੀ ਹੈ ਬਾਲ ਦੇ ਨਾਲ। ਜਿਵੇਂ ਕਿ ਇਹਦੇ ਵਿੱਚ ਦੇਖੋ ਵੀ ਇੱਕ D ਡਾਇਮੀਟਰ ਹੈਗਾ ਹੈ ਵੱਡੀ ਬਾਲ ਦਾ, ਜੋ ਕਿ ਬ੍ਰਿਨਲ ਹਾਰਡਨੈਸ ਟੈਸਟਰ ਦੀ, ਜੋ ਇਹਦੇ ਇੰਪੈਕਟ ਪੈਣ ਦੇ ਨਾਲ ਸਪੈਸੀਮਨ ਦੇ ਉੱਪਰ ਜੋ ਟੈਸਟ ਹੋਇਆ ਹੈ, ਜੋ ਉਹਦੇ ਉੱਪਰ ਵੀ ਇੱਕ ਡਾਟ ਬਣ ਜਾਂਦਾ ਹੈ, ਉਸ ਦਾ ਡਾਇਮੀਟਰ ਇੱਕ ਵੱਖਰਾ ਹੈ, ਉਹਨੂੰ ਛੋਟੀ D ਮੰਨ ਲੈਂਦੇ ਹਾਂ। ਤੇ ਬ੍ਰਿਨਲ BHN ਮਤਲਬ ਹੁੰਦਾ ਹੈ ਬ੍ਰਿਨਲ ਹਾਰਡਨੈਸ ਨੰਬਰ। ਇਹ ਫਾਰਮੂਲਾ ਹੈ ਬ੍ਰਿਨਲ ਹਾਰਡਨੈਸ ਨੰਬਰ ਕੱਢਣ ਵਾਸਤੇ। D ਕੈਪੀਟਲ D ਹਾਰਡਨੈਸ ਟੈਸਟਰ ਦੀ ਬਾਲ ਦਾ, ਅਤੇ ਜੋ ਡਾਟ ਨੀਚੇ ਪਿਆ ਉਹਦਾ ਛੋਟਾ D, P4 ਫੋਰਸ। ਠੀਕ ਹੈ, ਇਵੇਂ ਦਾ ਨਾਲ ਫਿਗਰ ਬਣੀ ਹੈ, ਇਵੇਂ ਦਾ ਹਾਰਡਨੈਸ ਟੈਸਟਰ ਹੁੰਦਾ ਹੈ ਜਿਸ ਨਾਲ ਚੈੱਕ ਕੀਤੀ ਜਾਂਦੀ ਹੈ ਬ੍ਰਿਨਲ ਹਾਰਡਨੈਸ ਟੈਸਟ। ਇਹ ਦੇਖੋ ਸਪੈਸੀਮਨ ਨੂੰ ਚੈੱਕ ਕੀਤਾ ਜਾ ਰਿਹਾ ਹੈ, ਉਹਨੂੰ ਬਿਲਕੁਲ ਸਿੱਧਾ ਰੱਖ ਕੇ ਉਹਦੇ ਤੇ ਡਾਟ ਬਿਲਕੁਲ ਧਿਆਨ ਨਾਲ ਲਗਾਈ ਜਾਂਦੀ ਹੈ, ਕਿਉਂਕਿ ਜਦੋਂ ਸਪੈਸੀਮਨ ਸਹੀ ਤਰੀਕੇ ਨਾਲ ਨਹੀਂ ਫਿੱਟ ਕੀਤਾ ਜਾਏਗਾ ਜਾਂ ਉਸਨੂੰ ਨਹੀਂ ਫੜਿਆ ਜਾਏਗਾ, ਜਾਂ ਉਹ ਥੋੜਾ ਜਿਹਾ ਵੀ ਹਿੱਲਣ ਤੇ ਟੈਸਟਰ ਦੀ ਵੈਲਿਊ ਬਹੁਤ ਗਲਤ ਹੋ ਜਾਂਦੀ ਹੈ, ਤੇ ਉਹ ਗਲਤ ਵੈਲਿਊ ਦੇ ਨਾਲ ਜੋ ਆਉਣ ਵਾਲੇ ਅਗਲੇ ਰਿਜ਼ਲਟ ਹੁੰਦੇ ਨੇ ਉਹਦੇ ਤੇ ਫਰਕ ਪੈ ਜਾਂਦਾ। ਇਸ ਕਰਕੇ ਇਹਦੀਆਂ ਇੱਕ ਵੈਲਿਊ ਨਹੀਂ ਲਈ ਜਾਂਦੀਆਂ, ਇਹ ਥੋੜੀ ਜਿਹੀ ਜਗ੍ਹਾ ਤੋਂ ਅਲੱਗ-ਅਲੱਗ ਪੁਆਇੰਟ ਦੇ ਵਿੱਚ ਵੈਲਿਊ ਲਈ ਜਾਂਦੀ ਹੈ, ਉਸ ਦਾ ਐਵਰੇਜ ਵੈਲਿਊ ਕੱਢੀ ਜਾਂਦੀ ਹੈ ਕਿੰਨਾ ਨੰਬਰ ਹੈ। ਫਿਰ ਆ ਜਾਂਦੀ ਹੈ ਰੌਕਵੈਲ ਹਾਰਡਨੈਸ ਟੈਸਟਰ। ਇਹ ਵੀ ਸੇਮ ਹੀ ਹੈ, ਉਹਦੇ ਵਾਂਗ ਹਾਰਡਨੈਸ ਟੈਸਟ ਹੀ ਹੈ, ਪਰ ਇਹ ਛੋਟੀ ਮਸ਼ੀਨ ਹੁੰਦੀ ਹੈ ਜਿਸ ਵਿੱਚ ਆਪਾਂ ਨਟ ਬੋਲਟ, ਆਪਣੇ ਨਟ ਬੋਲਟ ਤੋਂ ਇਲਾਵਾ ਵਾਸ਼ਰ, ਛੋਟੇ ਛੋਟੇ ਪਾਰਟ ਜੋ ਹੁੰਦੇ ਨੇ ਉਹਨਾਂ ਦੀ ਹਾਰਡਨੈਸ ਚੈੱਕ ਕਰਨ ਦੇ ਲਈ ਇਹ ਮਸ਼ੀਨ ਯੂਜ਼ ਹੁੰਦੀ ਹੈ। ਇਹਦੇ ਵੱਖਰੇ ਵੱਖਰੇ ਸਕੇਲ ਹੁੰਦੇ ਨੇ, ਇਹਦੇ ਉੱਪਰ ABCD ਤੱਕ ਸਕੇਲ ਬਣੇ ਹੁੰਦੇ ਨੇ, ਨਾਰਮਲੀ C ਤੱਕ ਹੀ ਹੁੰਦੇ ਨੇ। ਜੋ ਡਿਜੀਟਲ ਮਸ਼ੀਨਾਂ ਨੇ ਉਹਨਾਂ ਉੱਪਰ DEFG ਤੱਕ ਆ ਗਏ ਨੇ। ਜੋ ਇਹਦੇ ਉੱਪਰ ਪਹਿਲੀ ਹਾਰਡਨੈਸ ਟੈਸਟ ਦੇਖਿਆ, ਉਹਦੇ ਉੱਪਰ ਸਫੈਰੀਕਲ ਬਾਲ ਹੁੰਦੀ ਹੈ, ਇਹਦੇ ਵਿੱਚ ਡਾਇਮੰਡ ਕੋਨ ਟਾਈਪ ਪੁਆਇੰਟਰ ਹੁੰਦਾ ਹੈ ਜਿਹੜਾ ਇੰਡੈਂਟਰ, ਜੋ ਕਿ ਸਪੈਸੀਮਨ ਦੇ ਵਿੱਚ ਫਿੱਟ ਕੀਤਾ ਜਾ, ਮਤਲਬ weight ਜਿਹਦੇ ਨਾਲ ਪਾਇਆ ਜਾਂਦਾ ਹੈ। ਉਹਦੇ ਅੱਗੇ ਲੋਡ ਨੇ, ਜਿੱਦਾਂ A ਸਕੇਲ ਵਿੱਚ 60 ਕਿਲੋਗ੍ਰਾਮ, B ਸਕੇਲ ਦੇ ਵਿੱਚ 100 ਕਿਲੋਗ੍ਰਾਮ ਤੱਕ ਪੈ ਜਾਂਦਾ ਹੈ, C ਸਕੇਲ 'ਚ 150 ਕਿਲੋਗ੍ਰਾਮ ਤੱਕ weight ਸਪੈਸੀਮਨ ਉੱਪਰ ਪੈ ਜਾਂਦਾ ਹੈ। ਤੇ ਫਿਰ ਉਹਦੇ ਜੋ ਚੇਂਜ ਹੁੰਦਾ ਹੈ ਉਹਦੀ ਡਿਫੋਰਮੇਸ਼ਨ ਵਿੱਚ ਜੋ ਹੁੰਦਾ ਹੈ ਉਹਨੂੰ ਵੈਲਿਊ ਨੂੰ ਕੈਲਕੂਲੇਟ ਕੀਤਾ ਜਾਂਦਾ ਹੈ। ਜਿਵੇਂ ਕਿ ਇਹ ਵਿਕਰ ਹਾਰਡਨੈਸ ਟੈਸਟਰ ਆ ਗਿਆ ਅਗਲਾ। ਇਹ ਬਿਲਕੁਲ ਛੋਟੇ, ਜੋ ਕਿ ਡਾਇਮੰਡ ਦੇ ਪਾਰਟਸ ਹੁੰਦੇ ਨੇ ਜਾਂ ਕੋਈ ਛੋਟੇ ਛੋਟੇ ਪਾਰਟ ਜੋ ਗੋਲਡ ਦੇ ਪਾਰਟ ਹੋ ਗਏ, ਇਹਨਾਂ ਸਾਰਿਆਂ ਨੂੰ ਚੈੱਕ ਕਰਨ ਦੇ ਲਈ ਵਿਕਰ ਹਾਰਡਨੈਸ ਟੈਸਟਿੰਗ ਮਸ਼ੀਨ ਦੀ ਯੂਜ਼ ਹੁੰਦਾ ਹੈ। ਇਹ ਇੱਕ ਡਾਇਮੰਡ ਟਾਈਪ ਇਹਦਾ ਕੱਟ ਹੁੰਦਾ ਹੈ, ਜਿਵੇਂ ਕਿ ਆ ਫਿਗਰ ਵਿੱਚ ਦਿਸ ਰਿਹਾ ਹੈ। ਜੋ ਇੰਡੈਂਟਰ ਹੁੰਦਾ ਹੈ ਉਹ ਸਪੈਸੀਮਨ ਦੇ ਉੱਪਰ ਜਦੋਂ ਵਿੱਚ ਉਹਦੇ ਖੁੱਭ ਜਾਂਦਾ ਹੈ, ਖੁੱਭਣ ਦੇ ਨਾਲ D1 D2 ਜੋ ਡਾਇਗੋਨਲ ਹੈਗੇ ਨੇ ਤੇ ਉਹਦੀਆਂ ਵੈਲਿਊ ਕੱਢੀਆਂ ਗਈਆਂ ਨੇ। ਉਹ ਵੈਲਿਊ ਕੱਢਣ ਦੇ ਨਾਲ ਜੋ ਵੈਲਿਊ ਤੁਸੀਂ ਚੈੱਕ ਕਰਦੇ ਜੇ, HV ਮੀਨਸ ਵਿਕਰ ਹਾਰਡਨੈਸ ਨੰਬਰ, F ਫੋਰਸ ਅਪਲਾਈਡ, D ਡਾਇਗੋਨਲ, ਇਹ ਅਪਰੋਕਸੀਮੇਟਲੀ ਇਸ ਦੇ ਵਿੱਚ ਵੈਲਿਊ ਭਰਨ ਦੇ ਨਾਲ ਨੰਬਰ ਆ ਜਾਂਦਾ ਹੈ। ਉਸ ਤੋਂ ਅਗਲਾ ਟੈਸਟ ਟੈਂਜ਼ਾਈਲ ਟੈਸਟ। ਟੈਂਜ਼ਾਈਲ ਟੈਸਟਿੰਗ ਮਸ਼ੀਨ ਇੱਕ ਬਹੁਤ ਵੱਡੀ ਮਸ਼ੀਨ ਹੁੰਦੀ ਹੈ, ਤੇ ਪੀਸ ਨੂੰ ਜਿਵੇਂ ਕਿ ਸਪੈਸੀਮਨ ਥੱਲੇ ਦਿਸ ਰਿਹਾ ਇਸ ਤਰ੍ਹਾਂ ਸਪੈਸੀਮਨ ਇੱਕ ਸਟੈਂਡਰਡ ਸਪੈਸੀਮਨ ਹੈ, ਜੋ ਕਿ ਇੱਕ ਸਾਰੀਆਂ ਮਸ਼ੀਨਾਂ ਦੇ ਵਿੱਚ ਟੈਂਜ਼ਾਈਲ ਟੈਸਟ ਵਾਲੀਆਂ ਦੇ ਵਿੱਚ ਯੂਜ਼ ਇਹੀ ਸਪੈਸੀਮਨ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ।
ਜਿਸ ਦੀਆਂ ਦੋ ਸਾਈਡਾਂ ਥੋੜੀਆਂ ਮੋਟੀਆਂ ਨੇ, ਵਿੱਚੋਂ ਉਹਨੂੰ ਪਤਲਾ ਇੱਕ ਸਪੈਸੀਫਾਈਡ ਗੇਜ ਲੈਂਥ ਦਿੱਤੀ ਜਾਂਦੀ ਹੈ। ਜੋ ਗੇਜ ਲੈਂਥ ਦਿੱਤੀ ਹੁੰਦੀ ਹੈ, ਗੇਜ ਉਸੇ ਤੋਂ ਹੀ ਸਾਰੀ ਦੀ ਸਾਰੀ ਕੈਲਕੂਲੇਸ਼ਨ ਕੱਢੀ ਜਾਂਦੀ ਹੈ। ਤੇ ਇਹ ਮਸ਼ੀਨ ਜਿੱਦਾਂ ਯੀਲਡ ਸਟਰੈਂਥ, ਅਲਟੀਮੇਟ ਟੈਂਸਾਈਲ ਸਟਰੈਂਥ, ਡਕਟਿਲਿਟੀ, ਸਟ੍ਰੇਨ ਹਾਰਡਨਿੰਗ ਕਰੈਕਟਰਿਸਟਿਕ, ਜੋ ਸਟ੍ਰੈਸ ਸਟ੍ਰੇਨ ਕਰਵ ਆਪਾਂ ਪੜ੍ਹਦੇ ਹਾਂ, ਉਹ ਸਾਰਾ ਕੁਝ ਇਸ ਟੈਸਟ ਦੇ ਉੱਤੋਂ ਹੀ ਡਰਾਈਵ ਕੀਤਾ ਜਾਂਦਾ ਹੈ। ਸਾਰੇ ਫਾਰਮੂਲੇ, ਪੋਇਜ਼ਨ ਰੇਸ਼ੋ ਜਾਂ ਉਹ ਸਭ ਕੁਝ ਟੈਂਸਾਈਲ ਟੈਸਟ ਤੋਂ ਹੀ ਅੱਗੇ ਇਵੈਲੂਏਟ ਕੀਤਾ ਜਾਂਦਾ ਹੈ। ਹੁਣ ਇਹ ਟੈਂਸਾਈਲ ਟੈਸਟ ਦੇ ਪਾਰਟ ਨੇ, ਜਿਵੇਂ ਕਿ ਇੱਕ ਫਲੈਟ ਆ, ਫਲੈਟ ਨੂੰ ਚੈੱਕ ਕੀਤਾ ਹੈ। ਉਸ ਤੋਂ ਬਾਅਦ ਇੱਕ ਉੱਪਰ ਵੀ ਇੱਕ ਸ਼ਾਫਟ ਹੈ, ਸ਼ਾਫਟ ਨੂੰ ਚੈੱਕ ਕੀਤਾ ਹੈ। ਦੋਨਾਂ ਨੂੰ ਟੈਂਸਾਈਲ ਫੋਰਸ ਮਤਲਬ ਸਿੱਧਾ ਲਾਈਨ ਵਿੱਚ ਖਿੱਚਿਆ ਗਿਆ ਤੇ ਜਿੱਥੇ ਜਾ ਕੇ ਟੁੱਟ ਜਾਂਦੇ ਨੇ ਉਹ ਵੈਲਿਊ ਨੂੰ ਨੋਟ ਕੀਤਾ ਗਿਆ, ਜਾਂ ਜਿੱਥੋਂ ਤੱਕ ਅਲੋਂਗੇਸ਼ਨ ਹੋਈ ਆ ਉਸ ਛੋਟੇ ਛੋਟੇ ਪੁਆਇੰਟ ਨੂੰ ਇੱਕ ਗ੍ਰਾਫ ਉੱਪਰ ਉਤਾਰ ਕੇ ਤੇ ਸਟ੍ਰੈਸ ਸਟ੍ਰੇਨ ਕਰਵ ਨੂੰ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਇੰਪੈਕਟ ਟੈਸਟ, ਇੰਪੈਕਟ ਦੇ ਵਿੱਚ ਮਟੀਰੀਅਲ ਨੂੰ ਚੈੱਕ ਕੀਤਾ ਜਾਂਦਾ ਹੈ ਵੀ ਟੁੱਟਣ ਤੱਕ ਕਿੰਨੀ એનર્ਜੀ ਅਬਜ਼ੌਰਬ ਕਰ ਸਕਦਾ ਹੈ ਮਟੀਰੀਅਲ, ਮਤਲਬ ਕਿੰਨੀ એનર્ਜੀ ਤੇ ਜਾ ਕੇ ਟੁੱਟੇਗਾ। ਜਿਵੇਂ ਕਿ ਸਟਰਕਚਰ ਹੁੰਦੇ ਨੇ ਵੱਡੇ ਵੱਡੇ, ਉਹਨਾਂ ਉੱਪਰ ਕਿੰਨਾ ਲੋਡ ਪਵੇ ਤੇ ਉਹ ਕਿੱਥੋਂ ਤੱਕ ਆਪਣੀ ਉਹਨਾਂ ਦੀ ਏਜ ਹੋ ਸਕਦੀ ਹੈ ਜਾਂ ਕਿੰਨੀ ਉਹ ਟਫਨੈਸ ਹੋ ਸਕਦੀ। ਟਫਨੈਸ ਕੈਲਕੂਲੇਟ ਕਰਨ ਦੇ ਲਈ ਇੰਪੈਕਟ ਟੈਸਟ ਹੁੰਦਾ ਹੈ। ਇਹਦੇ ਵੀ ਅੱਗੇ ਦੋ ਟੈਸਟ ਅੱਗੇ ਕਲਾਸੀਫਾਈਡ ਹੁੰਦੇ ਨੇ, ਜਿਵੇਂ ਕਿ ਇੱਕ ਆਈਜੋਡ ਟੈਸਟ, ਜੋ ਸਪੇਸੀਮਨ ਆ ਉਹਨੂੰ ਵਰਟੀਕਲ ਰੱਖ ਕੇ ਫਿਰ ਸਟਰਾਈਕ ਕੀਤਾ ਜਾਂਦਾ ਹੈ ਹੈਮਰ ਨਾਲ, ਤੇ ਇੱਕ ਸਪੇਸੀਮਨ ਨੂੰ ਹੌਰੀਜ਼ੌਂਟਲ ਰੱਖ ਕੇ ਉਹਨੂੰ ਜਦੋਂ ਸਟਰਾਈਕ ਕਰਦੇ ਉਹਨੂੰ ਚਾਰਪੀ ਟੈਸਟ ਕਹਿੰਦੇ ਨੇ। ਦੋਨਾਂ ਨੂੰ ਅਲੱਗ-ਅਲੱਗ ਨੇ। ਜਿਵੇਂ ਜਿਹੜਾ ਵਰਟੀਕਲ ਸਪੇਸੀਮਨ ਆ ਉਹਨੂੰ ਆਈਜੋਡ ਟੈਸਟ ਕਹਿੰਦੇ ਨੇ, ਦੂਸਰੇ ਜਿਹੜਾ ਹੌਰੀਜ਼ੌਂਟਲ ਹੈ ਉਹਨੂੰ ਚਾਰਪੀ ਇੰਪੈਕਟ ਟੈਸਟ ਕਹਿੰਦੇ ਨੇ। ਇਹ ਅੱਗੇ ਦੇ ਪਾਰਟ ਨੇ, ਜਿਵੇਂ ਕਿ ਆ ਉੱਪਰ ਸਪੇਸੀਮਨ ਦਿੱਤਾ ਹੈ, ਬਿਲਕੁਲ ਸਟ੍ਰੇਟ ਸਪੇਸੀਮਨ ਤਿਆਰ ਕਰਕੇ ਫਿਰ ਆਫਟਰ ਜਦੋਂ ਟੈਸਟ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਮਟੀਰੀਅਲ ਆਪਣਾ ਸਪੇਸੀਮਨ ਟੁੱਟ ਜਾਂਦਾ ਹੈ ਤੇ ਉਹ ਉਸ ਤੋਂ ਬਾਅਦ ਕੈਲਕੂਲੇਸ਼ਨ ਕਰ ਲਈ ਜਾਂਦੀ ਹੈ ਵੀ ਕਿੰਨਾ ਇਹਦੇ ਉੱਤੇ ਇੰਪੈਕਟ ਪਿਆ ਹੈ, ਕਿੰਨਾ ਟੁੱਟਾ ਹੈ, ਕਿੰਨੀ ਵੈਲਿਊ ਉੱਪਰ ਇਹਨੇ ਕਿੰਨੀ એનર્ਜੀ ਸਟੋਰ ਕੀਤੀ ਜਾਂਦੀ ਹੈ। ਸਭ ਕੁਝ ਇੱਕ ਗ੍ਰਾਫ ਬੇਸ ਪ੍ਰੋਗਰਾਮ ਹੁੰਦਾ ਹੈ। ਟੋਰਜਨ ਟੈਸਟ, ਟੋਰਜਨ ਟੈਸਟ ਵਿੱਚ ਇੱਕ ਸ਼ਾਫਟ ਨੂੰ ਦੋਨਾਂ ਪਾਸੋਂ ਫੜ ਲਿਆ ਜਾਂਦਾ ਹੈ, ਦੋਨੋਂ ਪਾਸੋਂ ਫੜ ਕੇ ਇੱਕ ਸਾਈਡ ਤੋਂ ਘੁਮਾਇਆ ਜਾਂਦਾ ਹੈ, ਜਿਵੇਂ ਕਿ ਐਂਗੂਲਰ ਡਿਫਾਰਮੇਸ਼ਨ ਇਹਨੂੰ ਕਹਿੰਦੇ ਨੇ। ਐਂਗੂਲਰ ਡਿਫਾਰਮ ਕੀਤਾ ਜਾਂਦਾ ਹੈ, ਕਿੱਥੋਂ ਤੱਕ ਸ਼ਾਫਟ ਨੂੰ ਮੋੜਿਆ ਜਾ ਸਕਦਾ ਹੈ। ਇਹ ਇੱਕ ਟੋਰਜਨ ਇਕੁਏਸ਼ਨ ਵੀ ਤਿਆਰ ਹੁੰਦੀ ਹੈ ਇਸ ਤੋਂ। ਤੇ ਇਹ ਸਾਰਾ ਕੁਝ ਜੋ ਪਹਿਲੀ ਫਿਗਰ ਵਿੱਚ ਦਿੱਤਾ ਹੈ ਇੱਕ ਸਿੰਪਲ ਸ਼ਾਫਟ ਹੈ, ਦੂਜੀ ਫਿਗਰ ਦੇ ਵਿੱਚ ਐਂਗੂਲਰ ਡਿਫਾਰਮੇਸ਼ਨ ਹੋ ਗਈ ਉਹਦੀ, ਮਤਲਬ ਜਿਹੜਾ A ਪੁਆਇੰਟ ਸੀ ਉਹ ਘੁੰਮ ਕੇ ਟੋਰਜਨ ਫੋਰਸ ਨਾਲ A ਡੈਸ਼ ਉੱਪਰ ਚਲਾ ਗਿਆ ਤੇ ਫਾਈ ਐਂਗਲ ਦੇ ਨਾਲ ਇਹ ਡਿਫਾਰਮ ਹੋਇਆ। ਇਹ ਜੋ ਨਾਲ ਮਸ਼ੀਨ ਹੈ ਇਹ ਟੋਰਜਨ ਟੈਸਟਰ ਮਸ਼ੀਨ ਹੈ। ਸਿੰਪਲੀ ਹਰ ਜਗ੍ਹਾ ਤੇ ਇਹੀ ਮਸ਼ੀਨ ਯੂਜ਼ ਹੁੰਦੀ ਹੈ। ਇਹਦੇ ਪਾਰਟ ਨੇ, ਬਿਫੋਰ ਪਹਿਲਾਂ ਇਦਾਂ ਦਾ ਸਿੰਪਲ ਪਾਰਟ ਵਿੱਚ ਫਿੱਟ ਕੀਤਾ ਗਿਆ, ਜਦੋਂ ਉਹਨੂੰ ਟੈਸਟ ਕੀਤਾ ਗਿਆ ਤੇ ਉਹ ਸਾਈਡ ਪੁਆਇੰਟ ਤੋਂ ਟੁੱਟ ਗਿਆ ਤੇ ਉਸ ਦੀਆਂ ਵੈਲਿਊ ਗ੍ਰਾਫਿਕਲੀ ਨੋਟ ਕਰ ਲਈਆਂ ਗਈਆਂ ਤੇ ਉਸ ਦਾ ਰਿਜ਼ਲਟ। ਹੁਣ ਅੱਗੇ ਆ ਗਿਆ ਨਾਨ ਡਿਸਟਰਕਟਿਵ ਟੈਸਟਿੰਗ ਮੈਥਡ, ਜੋ ਕਿ ਅੱਜ ਦਾ ਆਪਣਾ ਟੌਪਿਕ ਆ। ਹੁਣ ਇਹ ਵਾਲੀਆਂ ਜੋ ਵੀ ਆਪਾਂ ਪਹਿਲਾਂ ਟੈਸਟ ਪੜ੍ਹੇ ਨੇ, ਇਹਨਾਂ ਸਾਰੇ ਟੈਸਟਾਂ ਦੇ ਵਿੱਚ ਮਟੀਰੀਅਲ ਨੂੰ ਕਿਤੇ ਨਾ ਕਿਤੇ ਜਾਂ ਸਪੇਸੀਮਨ ਨੂੰ ਆਪਾਂ ਕਿਤੇ ਨਾ ਕਿਤੇ ਤੋੜ ਕੇ ਉਹਨੂੰ ਕਿਸੇ ਤਰ੍ਹਾਂ ਡਿਫਾਰਮ ਕਰਕੇ ਫਿਰ ਹੀ ਚੈੱਕ ਕੀਤਾ ਗਿਆ। ਪਰ ਹੁਣ ਜਿਹੜਾ ਨਵੀਂ ਟੈਕਨੋਲੋਜੀ ਚੱਲ ਰਹੀ ਆ, ਮਟੀਰੀਅਲ ਨੂੰ ਤੋੜੇ ਬਿਨਾ ਉਸਦੀ ਇੰਸਪੈਕਸ਼ਨ ਕਰਨਾ, ਉਸ ਨੂੰ ਦੇਖਣਾ ਵੀ ਇਹਨੂੰ ਮਤਲਬ ਉਹਦੇ ਕੋਈ ਕੋਸਟ ਜਾਂ ਕੋਈ ਨੁਕਸਾਨ ਨਾ ਹੋਵੇ, ਉਸ ਨੂੰ ਚੈੱਕ ਕਰਨਾ, ਉਸ ਦੇ ਲਈ ਨਾਨ ਡਿਸਟਰਕਟਿਵ ਟੈਸਟਿੰਗ ਮੈਥਡ ਹੁਣ ਵਰਤੇ ਜਾਂਦੇ ਨੇ। ਸਭ ਤੋਂ ਪਹਿਲਾ ਮੈਥਡ ਤੇ ਵਿਜ਼ੂਅਲ ਟੈਸਟ ਹੀ ਹੈ, ਜੋ ਆਪਾਂ ਬਹੁਤ ਪੁਰਾਣਾ ਵਰਤਦੇ ਆ ਰਹੇ ਹਾਂ, ਵੀ ਆਪਾਂ ਕਿਸੇ ਵੀ ਪਾਰਟ ਨੂੰ ਦੇਖ ਕੇ ਚੈੱਕ ਕਰਦੇ ਹਾਂ। ਜਿਵੇਂ ਕਿ ਕੋਈ ਵੀ ਡਿਫੈਕਟ ਆ, ਕੋਈ ਵੈਲਡਿੰਗ ਕੀਤੀ ਹੈ, ਵੈਲਡਿੰਗ ਨੂੰ ਚੈੱਕ ਕਰਨਾ ਦੇਖ ਕੇ ਵੀ ਉਹ ਬਿਲਕੁਲ ਸਹੀ ਹੋਈ ਹੈ ਜਾਂ ਕਿਤੇ ਕਰੈਕ, ਲੀਕੇਜ ਕੁਛ ਵੀ ਸ਼ੋ ਹੋ ਰਿਹਾ ਹੈ, ਉਹਨੂੰ ਵਿਜ਼ੂਅਲੀ ਇੰਸਪੈਕਟ ਕਰਨਾ। ਜਿਵੇਂ ਆ ਦੇਖ ਰਹੇ ਹੋ ਤੁਸੀਂ, ਇੰਜੀਨੀਅਰ ਪਾਈਪ ਦੀ ਲੀਕੇਜ ਦੇ ਪੁਆਇੰਟ ਨੂੰ ਚੈੱਕ ਕਰ ਰਹੇ ਨੇ। ਇਹ ਦੇਖੋ ਵਿਜ਼ੂਅਲ ਟੈਸਟ, ਇਸ ਨੂੰ ਆਪਾਂ ਮੈਗਨੀਫਾਈ ਗਲਾਸ ਵੀ ਯੂਜ਼ ਕਰ ਸਕਦੇ ਹਾਂ। ਇਹ ਟੈਸਟ ਦੇਖੋ ਆਪਣੇ ਨੀਚੇ ਜੋ ਵੈਲਡ ਹੋਇਆ ਹੈ, ਵੈਲਡ ਦੇ ਡਿਫੈਕਟਸ ਨੇ, ਇਹ ਸੀ ਪੁਆਇੰਟ ਦੇ ਤੇ ਬਿਲਕੁਲ ਸਹੀ ਵੈਲਡ ਹੈ, ਬਾਕੀ ਸਾਰੇ ਡਿਫੈਕਟ ਸ਼ੋ ਕੀਤੇ ਨੇ। ਇਹ ਸਾਰੇ ਵਿਜ਼ੂਅਲ ਟੈਸਟਿੰਗ ਮੈਥਡ ਆ। ਇਹ ਵੀ ਵਿਜ਼ੂਅਲ ਟੈਸਟਿੰਗ ਮੈਥਡ ਆ। ਇਹਦੇ ਵਿੱਚ ਇੰਜੀਨੀਅਰ ਬਿਲਕੁਲ ਸਹੀ ਚੈੱਕ ਕਰ ਰਹੇ ਨੇ ਪਾਈਪ ਦੇ ਵਿੱਚ ਕਿੱਥੇ ਪੁਆਇੰਟ ਜਾਂ ਕਿੱਥੇ ਲੀਕੇਜ ਹੋ ਰਹੀ ਹੈ। ਇਹ ਨਾਨ ਡਿਸਟਰਕਟਿਵ ਟੈਸਟਿੰਗ ਮੈਥਡ ਦੇ ਵਿੱਚ ਪਹਿਲਾ ਵਿਜ਼ੂਅਲ ਇੰਸਪੈਕਸ਼ਨ ਟੈਸਟ ਇਹਦੇ ਵਿੱਚ ਕਰੈਕਟਰਾਈਜ਼ ਹੁੰਦਾ ਹੈ। ਸੈਕਿੰਡ ਹੁੰਦਾ ਹੈ ਅਲਟਰਾਸੋਨਿਕ ਟੈਸਟਿੰਗ ਮਸ਼ੀਨ।
ਅਲਟਰਾਸੋਨਿਕ ਟੈਸਟ ਦੇ ਵਿੱਚ ਕੀ ਹੁੰਦਾ ਹੈ ਵੀ ਸਭ ਤੋਂ ਪਹਿਲਾਂ ਪਾਰਟ ਦੇ ਉੱਪਰ ਇੱਕ ਵੇਵ ਟ੍ਰਾਂਸਫਰ ਕੀਤੀ ਜਾਂਦੀ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਛੋਟਾ ਜਿਹਾ ਪਾਰਟ ਹੈ ਜਿਹਨੂੰ ਪ੍ਰੋਬ ਕਹਿੰਦੇ, ਤੇ ਉਹ ਨੀਚੇ ਨੂੰ ਸਪੈਸੀਮਨ ਦੇ ਵਿੱਚ ਵੇਵ ਪ੍ਰੋਡਿਊਸ ਕਰ ਰਿਹਾ ਵਰਕਪੀਸ ਦੇ ਵਿੱਚ। ਉਹ ਵੇਵ ਜੋ ਪ੍ਰੋਡਿਊਸ ਕਰਕੇ ਨੀਚੇ ਜਾ ਰਹੀਆਂ ਨੇ, ਨੀਚੇ ਤੋਂ ਫਿਰ ਵਾਪਸ ਆਉਂਦੀਆਂ ਨੇ। ਇਨਪੁਟ ਇਕੋ ਜੋ ਇਨਪੁਟ ਦਿੱਤੀ ਹੁੰਦੀ ਹੈ ਉਹਦਾ ਗ੍ਰਾਫ ਹੈ, ਤੇ ਜੋ ਉਸ ਤੋਂ ਬਾਅਦ ਬੈਕਵਰਡ ਥੱਲੋਂ ਫਿਰ ਵਾਪਸ ਉਹਨੂੰ ਸਿਗਨਲ ਮਿਲਦਾ ਹੈ, ਬੈਕਵਰਡ ਇਕੋ ਆਉਂਦੀ ਹੈ, ਤੇ ਉਸ ਦੇ ਵਿੱਚ ਜੋ ਡਿਫਰੈਂਸ ਹੁੰਦਾ ਹੈ ਉਹਨੂੰ ਫਿਰ ਚੈੱਕ ਕੀਤਾ ਜਾਂਦਾ ਹੈ ਕਿਤੇ ਕੋਈ ਖਰਾਬੀ ਤਾਂ ਨਹੀਂ ਹੈਗੀ। ਜਿਵੇਂ ਕਿ ਆ ਦੇਖੋ ਪਾਈਪਲਾਈਨ ਹੈ, ਪੈਟਰੋਲ ਪਾਈਪਲਾਈਨ ਜੋ ਡੀਜ਼ਲ ਪਾਈਪਲਾਈਨ ਵੱਡੀਆਂ ਵੱਡੀਆਂ ਲੱਗੀਆਂ ਹੁੰਦੀਆਂ ਹੈ, ਉਹਨੂੰ ਚੈੱਕ ਕਰ ਰਿਹਾ ਇੰਜੀਨੀਅਰ। ਬਿਲਕੁਲ ਪੁਆਇੰਟ ਦੇ ਉੱਪਰ ਉਹ ਸੋਨਿਕ ਦਾ ਮਾਈਕ ਰੱਖਿਆ ਹੈ ਨਾਲ, ਜੋ ਸਾਊਂਡ ਅੰਦਰ ਨੂੰ ਜਾ ਕੇ ਵਾਪਸ ਉਸਦੇ ਕੰਪਿਊਟਰ ਦੇ ਵਿੱਚ ਆ ਰਿਹਾ, ਜੋ ਕੰਪਿਊਟਰ ਦੇ ਹੱਥ ਵਿੱਚ ਫੜਿਆ ਹੈ। ਉਸ ਤੋਂ ਚੈੱਕ ਕਰ ਲੈਂਦਾ ਹੈ ਵੀ ਇਹ ਕੋਈ ਡਿਫੈਕਟ ਕਿੱਥੇ ਹੈ ਜਾਂ ਕਿਸ ਪੁਆਇੰਟ ਦੇ ਉੱਪਰ ਹੈ। ਇਹ ਸੇਮ ਹੀ ਆਪਣੇ ਸਿਵਲ ਇੰਜੀਨੀਅਰਿੰਗ ਵਿੱਚ ਵੀ ਸੇਮ ਹੀ ਯੂਜ਼ ਹੁੰਦਾ ਹੈ। ਇੱਕ ਕੋਈ ਬੀਮ ਬਣ ਜੇ, ਬੀਮ ਦੇ ਵਿੱਚ ਕੋਈ ਕਿਸੇ ਜਗ੍ਹਾ ਤੇ ਕੰਕਰੀਟ ਜਾਂ ਕੋਈ ਹਵਾ ਬਲੋ ਹੋਲ ਕੁਛ ਰਹਿ ਜਾਵੇ, ਉਹ ਬਲੋ ਹੋਲ ਨੂੰ ਚੈੱਕ ਕਰਨ ਦੇ ਲਈ ਸੇਮ ਮਸ਼ੀਨ ਦਾ ਯੂਜ਼ ਹੁੰਦਾ ਹੈ। ਇੰਜੀਨੀਅਰ ਬਿਲਕੁਲ ਸੇਮ ਯੂਜ਼ ਕਰ ਰਿਹਾ। ਤੁਹਾਡੇ ਵੀ ਇੱਕ ਹੱਥ ਵਿੱਚ ਕੰਪਿਊਟਰ ਹੈ ਤੇ ਦੂਜੇ ਹੱਥ ਦੇ ਵਿੱਚ ਆਪਣਾ ਉਸ ਸੈਂਸਰ ਨੂੰ ਉੱਪਰ ਲਗਾ ਕੇ ਚੈੱਕ ਕਰ ਰਿਹਾ। ਸੈਂਸਰ ਉਹਨੂੰ ਪੂਰੇ ਇਕੋ ਦੇ ਰਿਹਾ ਹੈ, ਪਹਿਲਾਂ ਇਨਪੁਟ ਦੇ ਰਿਹਾ ਹੈ, ਉਹ ਵਾਪਸ ਟਕਰਾ ਕੇ ਵਾਪਸ ਆਉਂਦੀ ਹੈ, ਤੇ ਉਸੇ ਨੂੰ ਦੁਬਾਰਾ ਫਿਰ ਸੈਂਸਰ ਚੈੱਕ ਕਰਕੇ ਦੋ ਗ੍ਰਾਫ ਬਣਾ ਰਿਹਾ, ਤੇ ਉਹ ਗ੍ਰਾਫ ਦੇ ਡਿਫਰੈਂਸ ਨੂੰ ਬਾਅਦ ਵਿੱਚ ਚੈੱਕ ਕਰ ਲਿਆ ਜਾਂਦਾ ਹੈ। ਰੇਡੀਓਗ੍ਰਾਫੀ ਟੈਸਟਿੰਗ ਮੈਥਡ, ਇਹ ਮੈਥਡ ਸਾਰੇ ਪਾਸੇ ਯੂਜ਼ ਹੁੰਦਾ ਹੈ। ਮੀਨਸ ਵੀ ਡਾਕਟਰ ਵੀ ਜੋ ਆਪਾਂ ਐਕਸਰੇ ਕਰਾਉਂਦੇ ਆ ਉਹ ਵੀ ਰੇਡੀਓਗ੍ਰਾਫਿਕ ਟੈਸਟ ਮੈਥਡ ਦੇ ਵਿੱਚ ਹੀ ਆਉਂਦਾ ਹੈ। ਜਿਵੇਂ ਕਿ ਛੋਟਾ ਜਿਹਾ ਸਪੈਸੀਮਨ ਹੈ, ਇਹਦੇ ਉੱਪਰ ਰੇਜ਼ ਐਕਸਰੇਜ਼ ਪ੍ਰੋਡਿਊਸ ਹੁੰਦੀਆਂ ਨੇ, ਐਕਸਰੇਜ਼ ਮਟੀਰੀਅਲ ਦੇ ਵਿੱਚ ਦੀ ਪਾਸ ਹੋ ਜਾਂਦੀਆਂ ਨੇ, ਪ੍ਰੋਪਰਟੀ ਇਹਨਾਂ ਦੀ, ਤੇ ਫਿਰ ਸਾਹਮਣੇ ਇੱਕ ਐਕਸਰੇ ਸ਼ੈਡੋ ਹੈ, ਉਹਦੇ ਉੱਪਰ ਇਮੇਜ ਬਣ ਜਾਂਦੀ ਹੈ। ਇਮੇਜ ਨੂੰ ਫਿਰ ਇੱਕ ਪੇਜ ਉੱਪਰ ਡਰਾ ਕਰ ਲਿਆ ਜਾਂਦਾ ਹੈ। ਉਹ ਡਰਾ ਕਰਨ ਤੋਂ ਬਾਅਦ ਫਿਰ ਅਬਜ਼ਰਵ ਕੀਤਾ ਜਾਂਦਾ ਹੈ ਵੀ ਕਿੱਥੇ ਕੋਈ ਪ੍ਰੋਬਲਮ ਹੈ ਜਾਂ ਪੂਰੀ ਡਾਇਗਰਾਮ ਆ ਜਾਂ ਕੋਈ ਸਪੈਸੀਮਨ ਆ, ਉਹਨੂੰ ਪੂਰਾ ਇਹਦਾ ਪੂਰਾ ਇਵੈਲੂਏਟ ਕੀਤਾ ਜਾਂਦਾ ਹੈ ਐਜ਼ ਪਰ ਡਰਾਇੰਗ। ਦੇਖੋ ਇਹ ਪਾਰਟ ਦੇ ਵਿੱਚ ਰੇਡੀਓਗ੍ਰਾਫੀ ਦੇ ਉੱਪਰ ਦਿੱਤਾ ਪਿਆ ਹੈ ਕਿੱਦਾਂ ਕੰਮ ਕਰਦੀ ਹੈ। ਵੀ ਇੱਕ ਸੋਰਸ ਜੋ ਰੇਡੀਏਸ਼ਨ ਪ੍ਰੋਡਿਊਸ ਕਰਦਾ ਪਿਆ ਹੈ, ਉਹ ਪ੍ਰੋਡਿਊਸ ਕਰਨ ਤੋਂ ਬਾਅਦ ਥੱਲੇ ਇੱਕ ਸਪੈਸੀਮਨ ਜੋ ਵੈਲਡਰ ਨੂੰ ਚੈੱਕ ਕਰ ਰਿਹਾ, ਸਪੈਸੀਮਨ ਟੈਸਟ ਹੋ ਰਿਹਾ ਹੈ। ਜਦੋਂ ਚੈੱਕ ਕਰਨ ਤੋਂ ਬਾਅਦ ਇਹ ਨੀਚੇ ਇੱਕ ਪਾਈਪ ਦਾ ਸਟਰਕਚਰ ਨੋਟ ਹੋਇਆ ਪਿਆ, ਜਿਹਦੇ ਰੈੱਡ ਨਾਲ ਸਰਕਲ ਮਾਰਿਆ ਗਿਆ ਹੈ, ਉਹ ਇੱਕ ਕਰੈਕ ਹੈ। ਕਰੈਕ ਮਤਲਬ ਰੇਡੀਓਗ੍ਰਾਫੀ ਦੇ ਨਾਲ ਆਪਾਂ ਇੰਟਰਨਲ ਕਰੈਕ ਨੂੰ ਦੇਖ ਸਕਦੇ ਹਾਂ। ਇਹ ਬਿਲਕੁਲ ਫਿਗਰ ਦੇ ਵਿੱਚ ਕਲੀਅਰ ਹੋਇਆ ਪਿਆ, ਇੰਟਰਨਲ ਕਰੈਕ ਸ਼ੋ ਕੀਤਾ ਪਿਆ ਹੈ ਪਾਈਪ ਦਾ, ਤੇ ਇਹ ਰੇਡੀਓਗ੍ਰਾਫੀ ਮੈਥਡ ਨਾਲ ਬਿਨਾਂ ਤੋੜੇ ਚੈੱਕ ਕਰ ਲਿਆ ਜਾਂਦਾ ਹੈ। ਇਹ ਸੇਮ ਇਦਾਂ ਇਹ ਆਪਣੇ ਟੀ ਪੁਆਇੰਟ ਬਣਿਆ ਹੈ ਰੇਡੀਓਗ੍ਰਾਫੀ ਨਾਲ, ਜੋ ਡਿਫੈਕਟ ਨੇ ਪਰੋਸਟੀ ਕਰੈਕ ਸਲੈਗ ਜੋ ਵੀ ਪੁਆਇੰਟ ਕਾਰਨਰ ਤੇ ਬਣੇ ਹੋਏ ਨੇ, ਉਹ ਰੇਡੀਓਗ੍ਰਾਫਿਕ ਟੈਸਟਿੰਗ ਮੈਥਡ ਨਾਲ ਚੈੱਕ ਕੀਤੇ ਜਾ ਸਕਦੇ ਨੇ। ਆ ਦੇਖੋ ਐਕਸਰੇ ਇਮੇਜਿੰਗ, ਸਿਟੀ ਸਕੈਨ, ਇਹ ਹਿਊਮਨ ਬੋਡੀ ਦੇ ਸਾਰੇ ਪਾਰਟ ਇਸ ਦੇ ਨਾਲ ਚੈੱਕ ਕੀਤੇ ਜਾਂਦੇ ਨੇ ਬਿਨਾਂ ਮਤਲਬ ਸੂਈ ਜਾਂ ਬਿਨਾਂ ਕਿਸੇ ਚੀਜ਼ ਲਗਾਇਆ। ਅੰਦਰੂਨੀ ਪਾਰਟ ਨੂੰ ਪੂਰੇ ਦਾ ਪੂਰਾ ਡਰਾਇੰਗ ਬਣਾ ਲਈ ਜਾਂਦੀ ਹੈ ਵੀ ਕਿਤੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੈ ਜਾਂ ਪੱਥਰੀ ਦੀ ਹੁੰਦੀ ਜਾਂ ਕਿ ਲੰਗਸ ਦੀ ਪ੍ਰੋਬਲਮ ਹੈ, ਉਹ ਬਿਲਕੁਲ ਚੈੱਕ ਕਰ ਲਈਆਂ ਜਾਂਦੀਆਂ ਨੇ। ਬਾਹਰ ਤੋਂ ਹੀ ਉਹਨੂੰ ਚੈੱਕ ਕਰ ਲਿਆ ਜਾਂਦਾ ਹੈ, ਇੰਟਰਨਲ ਜੋ ਵੀ ਪ੍ਰੋਬਲਮ ਹੁੰਦੀ ਹੈ। ਇਸ ਤੋਂ ਬਾਅਦ ਇੱਕ ਡਾਈ ਪੈਨੀਟ੍ਰੇਸ਼ਨ ਟੈਸਟ ਹੁੰਦਾ ਹੈ। ਡਾਈ ਪੈਨੀਟ੍ਰੇਸ਼ਨ ਟੈਸਟ ਵਿੱਚ ਲਿਕੁਇਡ ਪਹਿਲਾਂ ਪਾਰਟ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਾਂਦਾ ਹੈ, ਜੋ ਡਰਟ ਜੰਮੀ ਹੁੰਦੀ ਹੈ ਫਸਟ ਪੁਆਇੰਟ ਦੇ ਵਿੱਚ, ਉਹਨੂੰ ਸਾਫ਼ ਕਰਕੇ ਫਿਰ ਉਹਦੇ ਉੱਪਰ ਡਾਈ ਨੂੰ ਅਪਲਾਈ ਕੀਤਾ ਜਾਂਦਾ ਹੈ। ਠੀਕ ਹੈ, ਡਾਈ ਤੋਂ ਬਾਅਦ ਉਹਨੂੰ ਥੋੜੀ ਦੇਰ ਛੱਡ ਦੇਣਾ ਹੈ। ਫਿਰ ਉਹਦੇ ਤੇ ਡਿਵੈਲਪਰ ਇੱਕ ਹੁੰਦਾ ਹੈ ਜਿਸ ਦੇ ਨਾਲ ਡਾਈ ਥੋੜੀ ਫੈਲ ਜਾਂਦੀ ਹੈ, ਡਿਵੈਲਪ ਹੋ ਜਾਂਦੀ ਹੈ, ਤੇ ਉਹ ਡਿਵੈਲਪਰ ਦੇ ਨਾਲ ਜਦੋਂ ਲਾਸਟ ਵਿੱਚ ਪੁਆਇੰਟ ਹੁੰਦਾ ਹੈ ਤੇ ਫਿਰ ਉਹ ਕਰੈਕ ਇੱਕਦਮ ਸਾਫ਼ ਦਿਖ ਜਾਂਦਾ ਹੈ ਵੀ ਕਰੈਕ ਕਿਹੜੀ ਗੱਲ ਤੋਂ ਪਿਆ ਹੈ ਜਾਂ ਕਿੱਥੇ ਪਿਆ ਹੈ, ਉਹ ਚੈੱਕ ਕਰ ਲਿਆ ਜਾਂਦਾ ਹੈ ਵੀ ਬਿਲਕੁਲ। ਇਹ ਬਾਹਰੀ ਕਰੈਕ ਤੇ ਇਹ ਸਿਰਫ ਬਾਹਰੀ ਕਰੈਕ ਦੱਸਣ ਦੇ ਲਈ ਯੂਜ਼ ਹੁੰਦੀ ਹੈ, ਮਤਲਬ ਬਾਹਰੀ ਕਰੈਕ ਨੂੰ ਆਪਾਂ ਬਿਨਾਂ ਤੋੜੇ ਜੋ ਆਪਾਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ, ਉਸ ਨੂੰ ਇਹ ਡਾਈ ਪੈਨੀਟ੍ਰੇਸ਼ਨ ਟੈਸਟ ਨਾਲ ਚੈੱਕ ਕਰ ਸਕਦੇ ਹਾਂ ਵੀ ਇੱਥੇ ਕਰੈਕ ਹੈ। ਜਿਵੇਂ ਇੰਜੀਨੀਅਰ ਯੂਜ਼ ਕਰ ਰਹੇ ਨੇ
ਇਹ ਮਟੀਰੀਅਲ ਫਲੋਰੋ ਗ੍ਰੀਨ ਯੂਜ਼ ਹੁੰਦਾ ਹੈ, ਜੋ ਲਿਕਵਿਡ ਹੈ ਉਹ ਜਦੋਂ ਲਾਈਟ ਉੱਤੇ ਪੈਂਦੀ ਹੈ ਤੇ ਉਹ ਬਿਲਕੁਲ ਚਮਕ ਜਾਂਦਾ ਹੈ, ਤੇ ਚਮਕਣ ਨਾਲ ਪਤਾ ਲੱਗ ਜਾਂਦਾ ਹੈ ਵੀ ਕਿੱਥੇ ਕਰੈਕ ਹੈ ਜਾਂ ਕਿਸ ਪੁਆਇੰਟ ਦੇ ਉੱਪਰ ਆਪਾਂ ਨੂੰ ਕੁਝ ਗਲਤੀ ਆਬਜ਼ਰਵ ਹੋ ਰਹੀ ਹੈ। ਇਹ ਇੰਜੀਨੀਅਰ ਆਪਾਂ ਚੈੱਕ ਕਰ ਰਹੇ ਸਿਲੰਡਰ ਹੈਡ ਹੈ, ਸਿਲੰਡਰ ਹੈਡ ਦੇ ਵਿੱਚ ਡਾਈ ਪੈਨੀਟ੍ਰੇਸ਼ਨ ਟੈਸਟ, ਜਿਵੇਂ ਪੂਰੀ ਫਲਕਸ ਲਾਈਟ ਪ੍ਰੋਡਿਊਸ ਹੋ ਰਹੀ ਹੈ ਗ੍ਰੀਨ ਕਲਰ ਦਾ ਜੋ ਡਾਈ ਪਾਈ ਹੋਈ ਹੈ, ਤੇ ਉਹ ਚੈੱਕ ਹੋ ਰਹੀ ਹੈ ਇਸ ਨਾਲ ਕਿਤੇ ਕਰੈਕ ਦੇ ਲਈ ਆਬਜ਼ਰਵੇਸ਼ਨ ਬਾਹਰੀ ਕੋਈ ਕਰੈਕ ਤਾਂ ਨਹੀਂ ਹੋ ਰਿਹਾ, ਕਿਉਂਕਿ ਇਹ ਵਾਲੇ ਪਾਰਟ ਬਹੁਤ ਹੀ ਸਹੀ ਤਰੀਕੇ ਨਾਲ ਫਿੱਟ ਕੀਤੇ ਜਾਂਦੇ ਹਨ। ਵੀ ਬਹੁਤ ਜ਼ਿਆਦਾ ਐਕੂਰੇਸੀ ਹੁੰਦੀ ਹੈ ਇੰਜਨ ਟੈਸਟਿੰਗ ਦੇ ਵਿੱਚ ਜਾਂ ਇੰਜਨ ਨੂੰ ਅਸੈਂਬਲ ਕਰਨ ਲੱਗੇ, ਇਸ ਕਰਕੇ ਕਿਸੇ ਵੀ ਗਲਤੀ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਤੇ ਡਾਈ ਪੈਨੀਟ੍ਰੇਸ਼ਨ ਟੈਸਟ ਹਰ ਪਾਰਟ ਦੇ ਉੱਪਰ ਕੀਤਾ ਜਾਂਦਾ ਹੈ। ਫਿਰ ਲਾਸਟ ਵਿੱਚ ਆ ਜਾਂਦਾ ਹੈ ਮੈਗਨੈਟਿਕ ਪਾਰਟੀਕਲ ਟੈਸਟ। ਮੈਗਨੈਟਿਕ ਪਾਰਟੀਕਲ ਟੈਸਟ ਇੱਕ ਇਲੈਕਟ੍ਰੀਕਲ ਟੈਸਟ ਆ ਜਿਹਦੇ ਵਿੱਚ ਨਾਰਥ ਪੋਲ ਪ੍ਰੋਡਿਊਸ ਕੀਤੇ ਜਾਂਦੇ, ਇਲੈਕਟ੍ਰੀਕਲੀ ਪ੍ਰੋਡਿਊਸ ਕੀਤੇ ਜਾਂਦੇ ਹਨ, ਤੇ ਜੋ ਮੈਗਨੇਟ ਸਰਫੇਸ ਨੂੰ ਪੂਰਾ ਮੈਗਨੇਟਾਈਜ਼ ਕਰ ਦਿੰਦੇ ਨੇ। ਠੀਕ ਹੈ, ਇਸ ਫਿਗਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਇੱਕ ਨਾਰਥ ਪੋਲ ਹੈ, ਇੱਕ ਸਾਊਥ ਪੋਲ ਹੈ। ਠੀਕ ਹੈ, ਨਾਰਥ ਪੋਲ ਤੋਂ ਸਾਊਥ ਪੋਲ ਵੱਲ ਨੂੰ ਵੇਵ ਟਰੈਵਲ ਕਰ ਰਹੀ ਹੈ। ਜਿਸ ਜਗ੍ਹਾ ਉੱਤੇ ਕਰੈਕ ਹੁੰਦਾ ਹੈ ਉਸ ਜਗ੍ਹਾ ਉੱਪਰ ਫਲਕਸ ਜੋ ਵੀ ਡਿਫੈਕਟ ਹੈ ਉਸ ਜਗ੍ਹਾ ਉੱਪਰ ਜੋ ਵੀ ਕਰੈਕ ਦੇ ਨਾਲ ਨਾਰਥ ਪੋਲ ਸਾਊਥ ਪੋਲ ਦਾ ਫਲਕਸ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੋ ਆਪਾਂ ਮੈਗਨੇਟ ਪਾਰਟੀਕਲ ਸਪਰੇਅ ਕੀਤੇ ਹੁੰਦੇ ਨੇ ਉੱਤੇ, ਉਹ ਇਸ ਕਰੈਕ ਦੇ ਉੱਪਰ ਜਮਾ ਹੋਣੇ ਸ਼ੁਰੂ ਹੋ ਜਾਣੇ ਨੇ, ਕਿਉਂਕਿ ਇਸ ਜਗ੍ਹਾ ਉੱਪਰ ਫਲਕਸ ਇਕੱਠਾ ਹੁੰਦਾ ਹੈ ਤੇ ਫਲਕਸ ਟਰੈਵਲ ਕਰੇਗਾ, ਕਿਉਂਕਿ ਜੋ ਵੀ ਇਹ ਮੈਗਨੈਟਿਕ ਲਾਈਨ ਆਫ ਫੋਰਸ ਇਹਨਾਂ ਨੂੰ ਕਹਿੰਦੇ ਨੇ, ਕਿਉਂਕਿ ਇਹ ਇੱਕ ਲਾਈਨ ਦੇ ਵਿੱਚ ਟਰੈਵਲ ਕਰਦੀਆਂ ਨੇ। ਜਿੱਥੇ ਵੀ ਰੁਕਾਵਟ ਆਏਗੀ ਫਿਰ ਇਹ ਉੱਪਰ ਦੀ ਟਰੈਵਲ ਕਰ ਰਹੀਆਂ ਨੇ, ਜੋ ਗ੍ਰੀਨ ਕਲਰ ਦਾ ਬਣਿਆ ਮੈਗਨੈਟਿਕ ਪਾਰਟੀਕਲ ਉਹਦੇ ਵਿੱਚ ਦੀ ਟਰੈਵਲ ਕਰ ਰਹੀਆਂ ਨੇ, ਕਿਉਂਕਿ ਇਹਨੂੰ ਇੱਕ ਰਸਤਾ ਚਾਹੀਦਾ ਹੈ। ਤੇ ਇਹ ਟਰੈਵਲ ਕਰਦੀਆਂ ਕਰਦੀਆਂ ਇਹ ਪੁਆਇੰਟ ਫਿਕਸ ਹੋ ਜਾਏਗਾ ਤੇ ਸਾਨੂੰ ਪਤਾ ਲੱਗ ਜਾਏਗਾ ਵੀ ਇਸ ਪੁਆਇੰਟ ਦੇ ਉੱਪਰ ਇੱਕ ਕਰੈਕ ਹੈ। ਇਹ ਟੈਸਟਿੰਗ ਮੈਥਡ ਹੈ, ਇਹਨੂੰ ਮੈਗਨੈਟਿਕ ਯੋਕ ਵੀ ਕਹਿ ਦਿੰਦੇ ਨੇ। ਇਹ ਮੈਗਨੈਟਿਕ ਪਾਰਟੀਕਲ ਅਪਲਾਈ ਕੀਤੇ ਜਾ ਰਹੇ ਨੇ ਨਾਰਥ ਪੋਲ ਜਾਂ ਸਾਊਥ ਪੋਲ, ਇਹ ਜੋ ਰੋਡ ਨੇ ਇਹਨਾਂ ਤੋਂ ਇਲੈਕਟ੍ਰੀਕਲੀ ਤਿਆਰ ਕੀਤਾ ਗਿਆ ਹੈ। ਫਿਰ ਇਸ ਨੂੰ ਦੇਖੋ ਪੂਰੀ ਲਾਈਨ ਦੀ ਲਾਈਨ ਮੈਗਨੈਟਿਕ ਪਾਰਟੀਕਲ ਸ਼ੋ ਹੋ ਰਹੇ ਨੇ, ਕਰੈਕ ਸ਼ੋ ਹੋ ਰਿਹਾ ਹੈ ਵਿੱਚ। ਇਸ ਨੂੰ ਆਪ ਬਿਲਕੁਲ ਧਿਆਨ ਨਾਲ ਦੇਖ ਲਈਏ। ਦੋਨੋਂ ਸਾਈਡਾਂ ਦੇ ਉੱਪਰ ਨਾਰਥ ਪੋਲ ਇੱਕ ਦੇ ਸਾਊਥ ਪੋਲ ਤਿਆਰ ਕਰਕੇ ਇਸ ਨੂੰ ਫਿਰ ਚੈੱਕ ਕੀਤਾ ਜਾਂਦਾ। ਚੈੱਕ ਕਰਨ ਦੇ ਨਾਲ ਇਹ ਵਾਲਾ ਕਰੈਕ ਇਹ ਮੈਗਨੈਟਿਕ ਪਾਰਟੀਕਲ ਦੇ ਨਾਲ ਜੋ ਅਪਲਾਈ ਕੀਤੇ ਸੀ ਉਹ ਇਕੱਠੇ ਹੋ ਜਾਂਦੇ ਨੇ ਤੇ ਚੈੱਕ ਕਰ ਲਿਆ ਜਾਂਦਾ ਹੈ। ਇਹ ਸਾਰੇ ਦੇ ਸਾਰੇ ਆਪਣੇ ਟੈਸਟ ਨॉन ਡਿਸਟਰਕਟਿਵ ਟੈਸਟਿੰਗ ਮੈਥਡ ਨੇ। ਮੈਗਨੈਟਿਕ ਟੈਸਟਿੰਗ ਮੈਥਡ, ਡਾਈ ਪੈਨੀਟ੍ਰੇਸ਼ਨ ਟੈਸਟਿੰਗ ਮੈਥਡ ਜਿਸ ਵਿੱਚ ਡਾਈ ਅਪਲਾਈ ਹੁੰਦੀ ਹੈ, ਡਾਈ ਫਲੋਰੋ ਗ੍ਰੀਨ ਯੂਜ਼ ਹੁੰਦੀ ਹੈ। ਇਹ ਨੋਟ ਕਰ ਲੈਣਾ ਕਿਉਂਕਿ ਜ਼ਿਆਦਾਤਰ ਕੁਐਸਚਨ ਵੀ ਆ ਜਾਂਦਾ ਹੈ ਕਿ ਕਿਸ ਮਟੀਰੀਅਲ ਦੇ ਨਾਲ ਚੈੱਕ ਕੀਤਾ ਜਾਂਦਾ ਹੈ ਡਾਈ ਪੈਨੀਟ੍ਰੇਸ਼ਨ ਟੈਸਟ ਔਰ ਫਲੋਰੋ ਗ੍ਰੀਨ। ਠੀਕ ਹੈ, ਐਕਸ-ਰੇ, ਸਿਟੀ ਸਕੈਨ, ਇਹ ਸਾਰੀਆਂ ਰੇਡੀਓਗ੍ਰਾਫੀ ਦੇ ਟਾਈਪਸ ਨੇ, ਟੈਸਟ ਨੇ। ਰੇਡੀਓਗ੍ਰਾਫੀ ਵਿੱਚ ਚੈੱਕ ਕੀਤੇ ਜਾ ਸਕਦੇ ਨੇ। ਅਲਟਰਾਸੋਨਿਕ ਟੈਸਟਿੰਗ, ਅਲਟਰਾਸਾਊਂਡ ਮਸ਼ੀਨ ਹੁੰਦੀਆਂ ਨੇ, ਤੇ ਇਸੇ ਤਰ੍ਹਾਂ ਹੀ ਇੰਜੀਨੀਅਰਿੰਗ ਲਾਈਨ ਦੇ ਵਿੱਚ ਵੀ ਜੋ ਮਟੀਰੀਅਲ ਟੈਸਟ ਕੀਤੇ ਜਾਂਦੇ ਨੇ ਉਹ ਵੀ ਅਲਟਰਾਸਾਊਂਡਿੰਗ ਮਸ਼ੀਨ ਅਵੇਲੇਬਲ ਹੁੰਦੀਆਂ ਨੇ, ਜਿਸ ਨਾਲ ਆਪਾਂ ਮਟੀਰੀਅਲ ਨੂੰ ਸਹੀ ਤਰੀਕੇ ਨਾਲ ਚੈੱਕ ਕਰ ਸਕਦੇ ਹਾਂ। ਤੇ ਸਾਰੀਆਂ ਕੰਪਿਊਟਰ ਬੇਸਡ ਮਸ਼ੀਨਰੀ ਹੁੰਦੀ ਹੈ। ਬਿਨਾਂ ਕੰਪਿਊਟਰ ਤੋਂ ਇਹ ਕੋਈ ਵੀ ਮਸ਼ੀਨ ਨਹੀਂ ਚੱਲਣੀ, ਕਿਉਂਕਿ ਕੰਪਿਊਟਰ ਨੇ ਡਾਟਾ ਤਿਆਰ ਕਰਨਾ ਹੈ, ਕੰਪਿਊਟਰ ਦੇ ਨਾਲ ਹੀ ਸਾਰੇ ਦਾ ਸਾਰਾ ਸਿਸਟਮ ਤਿਆਰ ਹੋਣਾ ਹੈ। ਤੇ ਜੋ ਗ੍ਰਾਫ ਹੋਣਗੇ, ਜੋ ਵੈਲਿਊਜ਼ ਹੋਣਗੀਆਂ, ਉਹ ਕੰਪਿਊਟਰ ਨੇ ਜਾਂ ਸਿਮੂਲੇਟਰ ਹੁੰਦੇ ਨੇ, ਉਹਨਾਂ ਨੇ ਆਪਾਂ ਨੂੰ ਗ੍ਰਾਫਿਕਲੀ ਪ੍ਰੋਡਿਊਸ ਕਰ ਦੇਣੀ ਹੈ ਤੇ ਉਸ ਵੈਲਿਊ ਦੇ ਨਾਲ ਮਟੀਰੀਅਲ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ। ਐਟ ਲਾਸਟ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣਾ ਮਿਸ਼ਨ ਫਤਿਹ ਚੱਲ ਰਿਹਾ ਹੈ। ਮਿਸ਼ਨ ਫਤਿਹ ਇੱਕ ਕੋਵਿਡ-19 ਦੇ ਵਿਰੁੱਧ ਇੱਕ ਬਹੁਤ ਵੱਡੀ ਜੰਗ ਹੈ ਜੋ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਦੇ ਵਿੱਚ ਇਹਦਾ ਇੱਕ ਛੋਟਾ ਜਿਹਾ ਪ੍ਰੋਟੋਕਾਲ ਹੈ ਵੀ ਹਰ 10 ਮਿੰਟ ਬਾਅਦ ਜਾਂ ਅੱਧੇ ਘੰਟੇ ਬਾਅਦ ਤੁਸੀਂ ਹੱਥ ਧੋਣੇ ਨੇ 20 ਸੈਕਿੰਡ ਦੇ ਲਈ। 20 ਸੈਕਿੰਡ ਦੇ ਉਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਜੋ ਕਰੋਨਾ ਦਾ ਜੋ ਵਾਇਰਸ ਹੈ, ਵਾਇਰਸ ਦੀ ਸਕਿਨ
ਉਹ ਸਾਬਣ ਦੇ ਨਾਲ ਜਦੋਂ ਧੋਈਦਾ ਤੇ ਸਕਿਨ ਖਤਮ ਹੋ ਜਾਂਦੀ ਹੈ, ਤਾਂ ਵਾਇਰਸ ਖਤਮ ਹੋ ਜਾਂਦਾ ਹੈ। ਇਸ ਕਰਕੇ 20 ਸੈਕਿੰਡ ਦੇ ਲਈ ਹੱਥ ਧੋਣੇ ਆ। ਦੂਜਾ, ਮਾਸਕ ਪਾਓ। ਕਦੀ ਵੀ ਤੁਸੀਂ ਘਰ ਤੋਂ ਬਾਹਰ ਜਾਣਾ ਹੈ, ਬਿਨਾਂ ਮਾਸਕ ਪਾਏ ਨਾ ਜਾਓ, ਕਿ ਮਾਸਕ ਪਾਓਗੇ ਤੇ ਕਿਸੇ ਵੀ ਤੁਹਾਡੇ ਕੋਈ ਪੇਸ਼ੈਂਟ ਜਾਂ ਕੋਈ ਕਰੋਨਾ ਦੇ ਨਾਲ ਸੰਕਰਮਿਤ ਵਿਅਕਤੀ ਲਾਗੋਂ ਦੀ ਜਾਂਦਾ ਹੈ, ਤੁਹਾਨੂੰ ਉਹਦੇ ਉੱਤੇ ਮਤਲਬ ਉਹ ਤੋਂ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇਫੈਕਟ ਨਹੀਂ ਪੈਂਦਾ, ਉਸ ਤੋਂ ਦੂਰੀ ਬਣਾ ਕੇ ਰੱਖਣੀ ਹੈ। ਕਿ ਸਭ ਤੋਂ ਵੱਡੀ ਗੱਲ, ਜਦੋਂ ਵੀ ਮਾਰਕੀਟ ਜਾਓ, ਤੁਸੀਂ ਮਾਰਕੀਟ ਜਾਣ ਲੱਗੇ ਆਪਸੀ ਦੂਰੀ ਦਾ ਬਿਲਕੁਲ ਧਿਆਨ ਰੱਖੋ। ਕਿਸੇ ਵੀ ਕਾਊਂਟਰ ਨੂੰ ਹੱਥ ਨਾ ਲਗਾਓ। ਆਪਣਾ ਜੋ ਸਮਾਨ ਤੁਹਾਨੂੰ ਲੋੜੀਂਦਾ ਹੈ ਉਹ ਲੈ ਕੇ ਘਰ ਪਹੁੰਚੋ ਤੇ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਜਾਓ। ਇਸੇ ਤਰ੍ਹਾਂ ਹੀ ਬਾਕੀ ਵੀ ਹਦਾਇਤਾਂ ਨੇ। ਜੇ ਕੋਈ ਛਿੱਕਦਾ ਹੈ ਜਾਂ ਕਿਸੇ ਨੂੰ ਬੁਖਾਰ ਹੈ ਜਾਂ ਕਿਸੇ ਨੂੰ ਥਕਾਵਟ ਜ਼ਿਆਦਾ ਹੋ ਰਹੀ ਹੈ, ਛੋਟੇ ਛੋਟੇ ਲੱਛਣ ਨੇ, ਜੇ ਤੁਹਾਡੇ ਘਰ ਵਿੱਚ ਵੀ ਇਦਾਂ ਕਿਸੇ ਨੂੰ ਹੋ ਰਿਹਾ ਹੈ ਤੇ ਉਸ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਉਸ ਦਾ ਧਿਆਨ ਰੱਖਿਆ ਜਾ ਸਕਦਾ ਹੈ। ਕੋਸ਼ਿਸ਼ ਕਰੋ ਵੀ ਹੱਥ ਧੋਂਦੇ ਰਹੋ, ਘਰ ਵਿੱਚ ਵੀ ਹੋ, ਕਿਉਂਕਿ ਘਰ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਬਾਹਰੋਂ ਆਉਂਦੀਆਂ ਨੇ ਤੇ ਆਪੋ ਆਪਣਾ ਧਿਆਨ ਰੱਖਦੇ ਰਹੋ। ਮੇਰੇ ਵੱਲੋਂ ਥੈਂਕਸ ਤੁਹਾਡੇ ਸਾਰਿਆਂ ਦਾ ਵੀ ਇਹ ਸਾਰਾ ਲੈਕਚਰ ਸੁਣਿਆ ਤੁਸੀਂ ਸਾਰਿਆਂ ਨੇ, ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਟੈਸਟਿੰਗ ਮੈਥਡ ਬਾਰੇ ਸਾਰੇ ਦੇ ਸਾਰੇ ਪੁਆਇੰਟ ਕਲੀਅਰ ਹੋ ਗਏ ਹੋਣਗੇ। ਜਿਵੇਂ ਕਿ ਨਾਨ ਡਿਸਟਰਕਟਿਵ ਟੈਸਟਿੰਗ ਮੈਥਡ ਇੱਕ ਬਹੁਤ ਹੀ ਵੱਡਾ ਵਾਈਡ ਟੌਪਿਕ ਹੈ, ਪਰ ਆਪਾਂ ਫਿਰ ਵਿੱਚ ਥੋੜਾ ਥੋੜਾ ਨਿਚੋੜ ਲਿਆਂਦਾ ਹੈ ਵੀ ਹਰ ਇੱਕ ਨੂੰ ਪਤਾ ਲੱਗ ਜੇ ਵੀ ਕਿੱਦਾਂ ਮਸ਼ੀਨ ਕੰਮ ਕਰਦੀ ਹੈ ਜਾਂ ਹੋਰ ਕਿਹੜੇ ਕਿਹੜੇ ਸਿਸਟਮ ਹੈ ਜਿਹੜੇ ਮਟੀਰੀਅਲ ਨੂੰ ਚੈੱਕ ਕਰਦੇ ਨੇ। ਠੀਕ ਹੈ, ਜੇ ਕਿਸੇ ਦਾ ਸਵਾਲ ਹੋਵੇ ਤੇ ਉਹ ਜ਼ਰੂਰ ਮੈਨੂੰ ਹੁਣੇ ਪੁੱਟ ਅਪ ਕਰਨ, ਮੈਂ ਕੋਸ਼ਿਸ਼ ਕਰਾਂਗਾ ਹਰ ਇੱਕ ਦੇ ਸਵਾਲ ਦੇ ਜਵਾਬ ਦੇਣ ਦੀ। ਸਰ ਸਾਰਿਆਂ ਨੂੰ ਇਹਨਾਂ ਨੇ ਮਾਈਕ ਔਨ ਕਰ ਦਿਓ। ਜੀ ਕਿਸੇ ਦਾ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਨਾਨ ਡਿਸਟਰਕਟਿਵ ਟੈਸਟਿੰਗ ਮੈਥਡ ਨਾਲ ਰਿਲੇਟਡ ਜੋ ਇਸ ਸਲਾਈਡ ਵਿੱਚ ਦੱਸੇ ਗਏ ਨੇ, ਕੋਈ ਸਵਾਲ ਹੋਵੇ ਤੇ ਉਹ ਪੁੱਛ ਸਕਦਾ। ਜੇ ਕਿਸੇ ਦਾ ਕੋਈ ਮੈਂ ਕਿਹਦਾ ਸਵਾਲ ਉਹ ਬੜਿਆ ਹੋਇਆ ਕਿ ਨਾ ਉਹ ਦੂਜਾ ਚੱਲਿਆ ਰਵੀ ਘਰੇ ਬੈਠੇ ਮੇਰਾ ਅੰਕਲ ਦੇ ਦੇ ਲੋ। ਬਾਕੀ ਜੇ ਕਿਸੇ ਨੂੰ ਕੋਈ ਵੀ ਸਵਾਲ ਜਾਂ ਕਿਸੇ ਤਰ੍ਹਾਂ ਦਾ ਮੇਰਾ ਕਿਸੇ ਨੂੰ ਕੋਈ ਵੱਖਰੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਸਰ ਜੀ। ਹਾਂਜੀ ਹਾਂਜੀ ਹੋ ਸਕਦੇ ਜੀ। ਸਵਾਲ ਹੋਵੇ ਪੁੱਛ ਸਕਦਾ ਹੈ ਹੁਣ। ਬੰਦ ਕਰੀ ਯਾਰ, ਰੇਂਜ ਘਟ ਗਈ ਇਧਰ। ਬੰਦ ਨਹੀਂ हेलो हेलो हाँ जी सत श्री अकाल सर, विपुल बोल रहा है ਹਾਂਜੀ सर। ਹਾਂਜੀ ਬੋਲੋ। अल्ट्रासोनिक टेस्टिंग का दस्यो थोड़ा जो समझ नहीं लगी मैंने थोड़ी। ਅਲਟਰਾਸੋਨਿਕ ਸਿਸਟਮ ਹੁੰਦਾ ਕੀ ਹੈ ਵੀ ਕਿਸੇ ਜਗ੍ਹਾ ਤੋਂ ਆਪਾਂ ਜਿੱਦਾਂ ਬੋਲਦੇ ਪਹਾੜ ਦੇ ਵਿੱਚ ਨਹੀਂ ਬੋਲਦੇ, ਇੱਕ ਸਾਊਂਡ ਪ੍ਰੋਡਿਊਸ ਕਰੀਏ ਤੇ ਅੱਗੋਂ ਵਾਪਸ ਸਾਊਂਡ ਵਾਪਸ ਆਉਂਦੀ ਹੈ। ਠੀਕ ਹੈ, ਆਪਾਂ आवाज मतलब वापस आਉਂਦੀ ਜਿਹੜੀ ਦੋ ਵਾਰੀ ਚੱਲਦੀ ਜਿਹੜੀ ਛੋਟੇ ਜਿਹੇ ਸਿਸਟਮ ਵਿੱਚ ਤਿਆਰ ਕੀਤਾ ਜਾਂਦਾ ਬਈ ਇੱਕ ਦੀਵਾਰ ਦੇ ਉੱਪਰ ਚੈੱਕ ਕਰਨਾ ਹੋਵੇ, ਇੱਕ ਛੋਟਾ ਜਿਹਾ ਸੈਂਸਰ ਹੁੰਦਾ ਹੈ। ਸੈਂਸਰ ਦੇ ਨਾਲ ਦੀਵਾਰ ਦੇ ਉੱਪਰ ਇੱਕ ਸਾਊਂਡ ਛੋਟੀ ਜਿਹੀ ਪ੍ਰੋਡਿਊਸ ਕਰਕੇ ਉਹ ਵਾਪਸ ਫਿਰ ਸੈਂਸਰ ਅਬਜ਼ਰਵ ਕਰਦਾ, ਉਸ ਵੈਲਿਊ ਤੋਂ ਚੈੱਕ ਹੋ ਜਾਂਦਾ ਵੀ ਉਹ ਕਿੰਨੀ ਕੁ ਵਿੱਚ ਕੋਈ ਡਿਫੈਕਟ ਹੈ ਜਾਂ ਨਹੀਂ ਹੈ। ठीक सर, लागे सर।
ਦੀ ਕੰਪਿਊਟਰ ਇੱਕ ਇਮੇਜ ਤਿਆਰ ਕਰ ਦਿੰਦਾ ਵੀ ਪਿੱਛੇ ਕਿ ਕਰੈਕ ਹੈ ਜਾਂ ਨਹੀਂ ਹੈ। ਜੇ ਬਿਲਕੁਲ ਠੀਕ ਹੈ ਤਾਂ ਸਪੀਡ ਦੇ ਉੱਤੇ ਇਕੋ ਜਾ ਰਹੀ ਹੈ ਤਾਂ ਉਨੀ ਤੇ ਹੀ ਵਾਪਸ ਆਏਗੀ। ठीक सर ठीक। एक बार फिर मैं स्लाइड शेयर कर देना सारे नाल, कोई दिक्कत होंदी है ते मैं देखो हेलो देखो अल्ट्रासोनिक टेस्टिंग ਦੇ ਵਿੱਚ ਇੱਕ ਕੰਪਿਊਟਰ ਬੇਸਡ ਸਿਸਟਮ ਹੁੰਦਾ ਜਿਹਦਾ ਓਸੀਲੋਸਕੋਪ ਲੱਗੀ ਹੁੰਦੀ ਹੈ। ਕੋਈ ਵੀ ਪ੍ਰੋਪਰਟੀ ਚੇਂਜ ਹੁੰਦੀ ਹੈ ਮਟੀਰੀਅਲ ਦੇ ਵਿੱਚ ਤਾਂ ਫੇਲਰ ਉਹ ਆਬਜ਼ਰਵ ਸੈਂਸਰ ਦੇ ਨਾਲ ਕਰ ਲਿਆ ਜਾਂਦਾ ਵਾ। ਤੇ ਹਾਂਜੀ ਹੋਰ ਕਿਸੇ ਦਾ ਸਵਾਲ ਕੋਈ? ਕਿਸੇ ਦਾ ਵੀ ਕੋਈ ਸਵਾਲ ਜਾਂ ਕਿਸੇ ਤਰ੍ਹਾਂ ਦੀ ਮਤਲਬ ਕਿਸੇ ਦੀ ਜਾਣਕਾਰੀ ਚਾਹੀਦੀ ਹੋਵੇ ਉਹ ਨॉन डिस्ट्रक्टिव मैथड बारे ਉਹ ਸਵਾਲ ਆਪਣਾ ਪੁੱਟ ਅਪ ਕਰ ਸਕਦੇ ਜੇ। ਵੈਸੇ ਤੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਸਾਰੀਆਂ ਸਲਾਈਡਾਂ ਬਿਲਕੁਲ ਸਿੰਪਲ ਤਰੀਕੇ ਫੋਟੋ ਜੋ ਇਮੇजेस ਲਈਆਂ ਨੇ ਉਸ ਤੋਂ ਸਭ ਕੁਝ ਕਲੀਅਰ ਹੋ ਜਾਂਦਾ ਹੈ ਵੀ ਕਿਵੇਂ ਕੋਈ ਮੈਥਡ ਨਾਲ ਕੰਮ ਕੀਤਾ ਜਾਂਦਾ ਹੈ, ਵੀ ਇਹ ਮੈਥਡ ਕਿਵੇਂ ਇੱਕ ਮਟੀਰੀਅਲ ਚੈੱਕ ਕਰਦੇ ਨੇ। ਇਹ ਸਾਰੀਆਂ ਚੀਜ਼ਾਂ ਬਿਲਕੁਲ ਸਹੀ ਤਰੀਕੇ ਨਾਲ ਦੱਸੀਆਂ ਗਈਆਂ ਨੇ। ਫਿਰ ਵੀ ਜੇ ਕਿਸੇ ਨੂੰ ਕੋਈ ਨਾ ਸਮਝ ਲੱਗੀ ਹੋਵੇ ਜਾਂ ਇਸ ਤੋਂ ਐਕਸਟਰਾ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤੇ ਉਹ ਜ਼ਰੂਰ ਆਪਣਾ ਸਵਾਲ ਪੁੱਛੇ। हाँ जी सर गल पुछनी ਸੀ। ਹਾਂਜੀ रेडियोग्राफी ਦੀਆਂ ਰੇਸ ਹੁੰਦੀਆਂ ਜਿਹੜੀਆਂ ਉਹ ਮਤਲਬ ਹਾਰਮਫੁਲ ਹੁੰਦੀਆਂ ਵਾ ਮਤਲਬ ਕਿ ਨਹੀਂ? ਜਦੋਂ ਕੋਈ ਵੀ ਇੱਕ ਰੇਜ਼ ਜਦੋਂ ਇੱਕ ਸਰੀਰ ਦੇ ਵਿੱਚ ਦੀ ਜਾਂਦੀ ਹੈ ਮਤਲਬ ਕਿਤੇ ਨਾ ਕਿਤੇ ਕੋਈ ਮਾਈਨਰ ਇਫੈਕਟ ਜ਼ਰੂਰ ਹੁੰਦਾ ਹੈ, ਪਰ ਜਦੋਂ ਕੋਈ ਜਿੱਦਾਂ ਸਿਟੀ ਸਕੈਨ ਜਾਂ ਕੁਝ ਹੁੰਦਾ ਕਰਨਾ ਹੁੰਦਾ ਹੈ ਉਹ ਕਿਤੇ ਰੋਜ਼ ਨਹੀਂ ਕਰਨਾ ਹੁੰਦਾ, ਪਰ ਉਹ ਸਿਰਫ ਪੇਸ਼ੈਂਟ ਦਾ ਹੀ ਕਰਨਾ ਹੁੰਦਾ। ਇਸ ਕਰਕੇ ਸਿਰਫ ਪੇਸ਼ੈਂਟ ਨੂੰ ਹੀ ਅੰਦਰ ਰਹਿ ਕੇ ਤੋਂ ਚੈੱਕ ਕਰ ਲੈਂਦੇ ਨੇ ਵੀ ਛੋਟਾ ਜੇ ਮਾੜਾ। ਵੈਸੇ ਤੇ ਕੋਈ ਇੰਨਾ ਡਿਫੈਕਟ ਨਹੀਂ ਕਿਉਂਕਿ ਸੇਫਟੀ ਪ੍ਰੀਕਾਸ਼ਨ ਲੈ ਕੇ ਹੀ ਇਹ ਮਸ਼ੀਨਾਂ ਪਾਸ ਹੁੰਦੀਆਂ ਨੇ, ਸਾਰਾ ਉੱਦਾਂ ਮਸ਼ੀਨ ਨਹੀਂ ਮਾਰ ਕੇ। ਇਸ ਕਰਕੇ ਬਿਲਕੁਲ ਸਹੀ ਤਰੀਕੇ ਨਾਲ ਮਸ਼ੀਨ ਦੀ ਟੈਸਟਿੰਗ ਕਰਕੇ ਹੀ ਮਾਰਕੀਟ ਵਿੱਚ। ਪਰ ਫਿਰ ਵੀ ਕਈ ਵਾਰ ਹੁੰਦਾ ਹੈ ਵੀ ਜੇ ਕੋਈ ਇਹ ਰੇਜ਼ ਸਰੀਰ ਵਿੱਚ ਦੀ ਜਾ ਰਹੀਆਂ ਨੇ ਕ੍ਰਾਸ ਕਰ ਰਹੀਆਂ ਨੇ, ਹੋ ਸਕਦਾ ਜੇ ਮਾਈਨਰ ਇਫੈਕਟ ਕੋਈ ਹੁੰਦਾ ਵੀ ਹੋਵੇ ਤਾਂ ਉਹ ਜ਼ਿਆਦਾ ਬੰਦੇ ਤਾਂ ਹੀ ਰੂਮ ਵਿੱਚ ਜਾਣ ਨਹੀਂ ਦਿੰਦੇ, ਉਹਨੂੰ ਰੂਮ ਨੂੰ ਪੂਰਾ ਸੀਲਡ ਕੀਤਾ ਹੁੰਦਾ ਹੈ। ਠੀਕ ਸਰ। ਐਕਸਰੇ ਵਾਲੇ ਕਮਰੇ 'ਚ ਜਾਓਗੇ, ਐਕਸਰੇ ਵਾਲਾ ਰੂਮ ਪੂਰਾ ਸੀਲ ਹੁੰਦਾ ਹੈ ਤੇ ਉਹ ਆਰਾਮ ਨਾਲ ਜੋ ਪੇਸ਼ੈਂਟ ਹੁੰਦਾ ਹੈ ਉਹਦਾ ਇਮੇਜ ਬਣਾ ਲਈ ਜਾਂਦੀ ਹੈ ਵੀ ਜੇ ਕਿਸੇ ਨੇ ਲੱਤ ਦਾ ਕਰਾਉਣਾ ਹੈ ਜਾਂ ਕਿਸੇ ਨੇ ਪੈਰ ਦਾ ਕਰਾਉਣਾ ਹੈ ਐਕਸਰਾ ਤੇ ਉਹਨਾਂ ਕੁ ਚੈੱਕ ਕਰਕੇ ਉਹਨੂੰ ਇਕੱਲੇ ਨੂੰ ਅੰਦਰ ਰਹਿਣ ਦਿੱਤਾ ਜਾਂਦਾ ਤੇ ਉਸ ਪਾਰਟ ਨੂੰ ਚੈੱਕ ਕਰ ਲਿਆ ਜਾਂਦਾ ਹੈ। ਤੇ ਉਸ ਤੋਂ ਇਹ ਵੀ ਹੁੰਦਾ ਜੋ ਇਹ ਰੇਜ਼ ਹੁੰਦੀਆਂ ਨੇ ਨਾ ਪੁਆਇੰਟ ਰੇਜ਼ ਹੁੰਦੀਆਂ ਨੇ, ਮਤਲਬ ਇਹ ਜਿੱਦਾਂ ਇੱਕ ਬਲਬ ਜਗਾਓ ਤਾਂ ਸਾਰੇ ਕਮਰੇ 'ਚ ਰੋਸ਼ਨੀ ਦਿੰਦਾ ਨਾ, ਇੱਦਾਂ ਦਾ ਸਿਸਟਮ ਨਹੀਂ ਹੁੰਦਾ ਇਹਨਾਂ ਦਾ। ਇਹਦੇ ਵਿੱਚ ਇੱਕ ਪੁਆਇੰਟ ਹੁੰਦਾ ਵੀ ਜਿੱਥੇ ਕਿ ਜਿੱਦਾਂ ਲੇਜ਼ਰ ਬੀਮ ਵਾਂਗੂ ਤੁਸੀਂ ਜਿਹੜੀ ਜਗ੍ਹਾ ਉੱਤੇ ਮਾਰਨੀ ਆ ਉੱਥੇ ਕੀ ਪਏਗੀ, ਇਹ ਸਾਰੇ ਸਰੀਰ ਤੇ ਨਹੀਂ ਪੈਂਦੀ। ਜੇ ਤੁਸੀਂ ਪੈਰ ਦਾ ਐਕਸਰੇ ਕਰਾਉਣਾ ਤੇ ਸਿਰਫ ਪੈਰ ਉੱਤੇ ਹੀ ਪਏਗੀ, ਇੰਨਾ ਜ਼ਿਆਦਾ ਮਤਲਬ ਨਹੀਂ, ਮਤਲਬ ਪ੍ਰੀਕਾਸ਼ਨ ਲੈਣੀਆਂ ਪੈਂਦੀਆਂ ਨੇ ਪਰ ਇੰਨੀਆਂ ਹਾਰਮਫੁਲ ਨਹੀਂ ਹੈਗੀਆਂ ਵੀ ਜੇ ਕਿਸੇ ਦੀ ਜਾਨ ਤੇ ਬਣ ਜੇ। ਉੱਦਾਂ ਠੀਕ ਹੈ, ਟੈਸਟਿੰਗ ਮੈਥਡ ਬਹੁਤ ਵਧੀਆ ਨੇ। ਤਾਂ ਹੀ ਜੇ ਟੈਸਟ ਨਾ ਹੋਏਗਾ ਤੇ ਡਾਕਟਰ ਨੂੰ ਕਿਵੇਂ ਪਤਾ ਲੱਗੂਗਾ ਵੀ ਇਹਦੇ ਮਤਲਬ ਕੋਈ ਫ੍ਰੈਕਚਰ ਆ ਜਾਂ ਕੁਛ ਵੀ ਆ। ਇਹ ਸਾਰੇ ਫ੍ਰੈਕਚਰ ਜਾਂ ਕੋਈ ਚੀਜ਼ ਚੈੱਕ ਕਰਨੀ ਆ ਤੇ ਉਹ ਫਿਰ ਰੇਡੀਓਗ੍ਰਾਫੀ ਮੈਥਡ ਨਾਲ ਐਕਸਰੇ ਨਾਲ ਜਾਂ ਸਿਟੀ ਸਕੈਨ ਜਾਂ ਇਹਨਾਂ ਚੀਜ਼ਾਂ ਨਾਲ ਚੈੱਕ ਕਰ ਲਈ ਜਾਂਦੀ ਹੈ। ठीक सर, थैंक यू सर।
ਹੋਰ ਕਿਸੇ ਦਾ ਕੋਈ ਸਵਾਲ ਹੋਵੇ ਪੁੱਛੇ। ਕੋਵਿਡ ਤੋਂ ਵੈਸੇ ਸਾਰੇ ਬਚ ਕੇ ਰਹੇ ਕਿਉਂਕਿ ਇਹ ਕੋਈ ਇੰਨੀ ਖਤਰਨਾਕ ਵੀ ਹੈਗਾ ਹੈ ਤੇ ਪਰ ਜਿਹੜਾ ਇਸ ਨੂੰ ਸਮਝ ਲੈਂਦਾ ਹੈ ਤੇ ਉਹ ਬਿਲਕੁਲ ਠੀਕ ਵੀ ਰਹਿੰਦਾ ਹੈ। ਜੇ ਤੁਸੀਂ ਇਸ COVID-19 ਨੂੰ ਤੁਸੀਂ ਸਮਝ ਲਓਗੇ ਤੇ ਸਭ ਕੁਝ ਠੀਕ ਹੋ ਜਾਏਗਾ, ਆਪਣਾ ਮਾਹੌਲ ਵੀ ਠੀਕ ਹੋ ਜਾਏਗਾ, ਇੰਸਟੀਚਿਊਟ ਲੱਗਣੇ ਵੀ ਸ਼ੁਰੂ ਹੋ ਜਾਣਗੇ ਤੇ ਸਾਰਾ ਕੁਝ ਵਧੀਆ ਤਰੀਕੇ ਨਾਲ ਪ੍ਰੈਕਟੀਕਲ ਨੌਲੇਜ ਤੁਹਾਨੂੰ ਆ ਜਾਏਗੀ। ਤੇ ਇਸ ਕਰਕੇ ਇਹ ਵਾਲੀਆਂ 3-4 ਚੀਜ਼ਾਂ ਨੇ, ਇਹਨਾਂ ਨੂੰ ਜ਼ਰੂਰੀ ਅਪਣਾਓ ਤੇ ਸੁਰੱਖਿਅਤ ਰਹਿਣਾ ਹੈ, ਤੰਦਰੁਸਤ ਰਹਿਣਾ ਹੈ ਤੇ ਕਿਸੇ ਨੂੰ ਗਲੇ ਨਹੀਂ ਮਿਲਣਾ, ਅਣਜਾਣ ਬੰਦੇ ਨੂੰ ਐਵੇਂ ਤੁਸੀਂ ਬਾਹਰ ਕਿਤੇ ਕਿਸੇ ਨੂੰ ਹੱਥ ਮਿਲਾਓ ਜਾਂ ਕੁਛ ਏਦਾਂ ਦੇ ਕੰਮ ਨਹੀਂ ਕਰਨੇ ਕਿਉਂਕਿ ਛੋਟੀਆਂ ਗੱਲਾਂ ਹੀ ਇਸ ਜੋ ਵਾਇਰਸ ਆ ਇਹਨੂੰ ਫੈਲਾਉਂਦੀਆਂ ਨੇ। ਇਹ ਵਾਇਰਸ ਜਿੱਦਾਂ ਐਟਮ ਬੰਬ ਆ ਉਦਾਂ ਇਹ ਫੈਲਦਾ ਹੈ ਇੱਕਦਮ, ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ, ਏਦਾਂ ਹੀ ਅੱਗੇ ਤੋਂ ਅੱਗੇ ਟਰਾਂਸਫਰ ਹੋ ਜਾਂਦਾ ਹੈ। ਤੇ ਹੋ ਸਕਦਾ ਹੈ ਜੋ ਤੰਦਰੁਸਤ ਬੰਦਾ ਹੈ ਉਹਨੂੰ ਕੁਛ ਨਾ ਕਵੇ, ਪਰ ਹਰ ਘਰ ਦੇ ਵਿੱਚ ਆਪਾਂ 50 ਜੁਆਇੰਟ ਫੈਮਲੀਆਂ 'ਚ ਸਾਰੇ ਜਾਣੇ ਰਹਿੰਦੇ ਆ, ਆਪਣੇ ਘਰ ਵਿੱਚ ਬਜ਼ੁਰਗ ਵੀ ਰਹਿੰਦੇ ਨੇ, ਬੱਚੇ ਵੀ ਰਹਿੰਦੇ ਨੇ ਤੇ ਸਾਰਿਆਂ ਦਾ ਧਿਆਨ ਰੱਖਣ ਦੇ ਲਈ ਸਾਨੂੰ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤੇ ਤੁਸੀਂ ਬੱਚਿਆਂ ਨੂੰ ਨਾਲ ਵੀ ਖੇਡਣਾ ਹੈ, ਸਾਰੇ ਬਜ਼ੁਰਗਾਂ ਦਾ ਵੀ ਧਿਆਨ ਰੱਖਣਾ ਹੈ ਤੇ ਇਸ ਕਰਕੇ ਤੁਸੀਂ ਬਾਹਰ ਅੰਦਰ ਜਾਣ ਲੱਗੇ ਆਪਣਾ ਧਿਆਨ ਰੱਖਣਾ ਹੈ। ਤੁਸੀਂ ਫਾਲਤੂ ਇੱਕ ਤੇ ਬਾਹਰ ਜਾਣਾ ਨਹੀਂ, ਦੂਜਾ ਇਹ ਆ ਵੀ ਜੇ ਕਿਤੇ ਜਾਣਾ ਵੀ ਪੈਂਦਾ ਤੇ ਇਹ ਛੋਟੀਆਂ ਪ੍ਰੀਕਾਸ਼ਨ ਲੈਣੀਆਂ ਹੀ ਲੈਣੀਆਂ ਨੇ। ਹਾਂਜੀ ਭੁਪਿੰਦਰ ਸਰ। ਹਾਂਜੀ ਸਰ, ਕਰੀਏ ਰਿਵਾਈਂਡ ਅਪ। ਠੀਕ ਹੈ ਜੀ, ਅਗਰ ਕੰਪਲੀਟ ਹੋ ਗਿਆ ਤਾਂ ਅਸੀਂ ਐਂਡ ਕਰ ਦਿੰਦੇ ਹਾਂ। ਹਾਂਜੀ ਕੰਪਲੀਟ ਹੋ ਜਾਏਗਾ। ਓਕੇ ਸਰ, ਥੈਂਕ ਯੂ ਜੀ।